ਇਹ ਜਿਹੜਾ ਡੋਗਰ ਮੋਟਰ ਨਨਕਾਣਾ ਹੈ ਜੀ ਇਹ ਕਿਸ ਜਗ੍ਹਾ ਲਾਉਂਦੇ ਹੋ ਮੇਲਾ ਔਰ ਇੱਥੇ ਇਹ ਕੀ ਚੀਜ਼ ਹੈ? ਕਈ ਲੋਕ ਸਮਝਦੇ ਨੇ ਕਿ ਨਨਕਾਣੇ ਸ਼ੋਰੂਮ ਹੈ। ਨਨਕਾਣੇ ਨਹੀਂ, ਇਹ ਮੇਰੀ ਪਹਿਚਾਣ ਹੈ ਨਨਕਾਣੇ ਦੇ ਨਾਮ। ਮੈਂ ਨਨਕਾਣੇ ਦੇ ਨਾਮ ਨੂੰ ਨਹੀਂ ਛੱਡਿਆ। ਡੋਗਰ ਮੋਟਰ ਨਨਕਾਣਾ ਜਨਾਬ ਇਸ ਵਕਤ ਜੀ ਹਾਂਜੀ, ਸੈਲੀਬ੍ਰਿਟੀ ਹੋ ਤੁਸੀਂ। ਦੁਨੀਆ ਦੇ ਉੱਤੇ ਮਾਸ਼ਾਅੱਲਾ ਹਾਂ। ਬੜਾ ਨਾਮ ਕਮਾਇਆ ਹੈ। ਅੰਦਰ ਸੁਸਾਇਟੀ ਦੇ ਅੰਦਰ ਸਾਡਾ ਸ਼ੋਰੂਮ ਹੈ ਔਰ ਅਸੀਂ ਮੇਲਾ ਲਾਉਂਦੇ ਹਾਂ। ਸਿਰਫ ਅਸੀਂ ਗੱਡੀ ਮੇਲੇ 'ਚ ਹੀ ਵੇਚਦੇ, ਅੱਗੇ ਪਿੱਛੇ ਅਸੀਂ ਗੱਡੀ ਸੇਲ ਨਹੀਂ ਕਰਦੇ। ਤੇ ਲੋਕ ਸਾਡੇ ਕੋਲ ਗੱਡੀਆਂ ਲੈ ਕੇ ਆ ਜਾਂਦੇ ਨੇ, ਉਹਨਾਂ ਦੀ ਅਸੀਂ ਗੱਡੀ ਸੇਲ ਕਰਨੇ ਆ। ਗੱਡੀ ਭਾਵੇਂ 3 ਕਰੋੜ ਦੀ ਹੋਵੇ, ਭਾਵੇਂ 2 ਕਰੋੜ ਦੀ ਹੋਵੇ, ਸਾਡਾ ਫਿਕਸ ਕਮਿਸ਼ਨ ਹੈ। ਕਿੰਨੀਆਂ ਗੱਡੀਆਂ ਆਉਂਦੀਆਂ ਨੇ ਮੇਲੇ 'ਚ? ਤਕਰੀਬਨ 2-3 ਹਜ਼ਾਰ ਗੱਡੀ ਆ ਜਾਂਦੀ। ਖਾਣਾ ਸਾਡਾ 3 ਟਾਈਮ ਖਾਣਾ ਚੱਲਦਾ ਔਰ ਅੱਛਾ ਖਾਣਾ, ਮਿਆਰੀ ਖਾਣਾ ਅਸੀਂ ਦਿੰਦੇ। ਇਹ ਨਹੀਂ ਕਿ ਐਵੇਂ ਬਸ ਫਾਰਮੈਲਿਟੀ ਪੂਰੀ ਨਹੀਂ। ਮੇਰੇ ਕੋਲ ਮਾਸ਼ਾਅੱਲਾ 135 ਬੰਦੇ ਨੇ। ਖਰੀਦਣੀ ਵੀ ਆਸਾਨ ਹੈ ਔਰ ਵੇਚਣੀ ਵੀ ਆਸਾਨ ਹੈ, ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਆਇਆ ਹੁੰਦਾ। ਕਿਸੇ ਨੂੰ ਇੱਕ ਚੀਜ਼ ਪਸੰਦ ਆ ਰਹੀ ਹੁੰਦੀ, ਦੂਸਰੇ ਨੂੰ ਨਹੀਂ ਆ ਰਹੀ ਹੁੰਦੀ। ਆਮ ਤੌਰ ਤੇ ਬੰਦਾ ਜਦੋਂ ਗੱਡੀ ਖਰੀਦਦਾ ਉਹਨੂੰ ਇਹ ਸ਼ੱਕ ਹੁੰਦਾ ਜਾਂ ਡਰ ਹੁੰਦਾ ਸੈਕੰਡ ਹੈਂਡ ਗੱਡੀ 'ਚ ਕਿ ਲੱਗੀ ਨਾ ਹੋਏ ਜਾਂ ਚੋਰੀ ਦੀ ਨਾ ਹੋਏ। ਬੜਾ ਉਹਦੀ ਵੀ ਡਰ ਤੁਸੀਂ ਹੁੰਦਾ। ਗਾਰੰਟੀ ਦਿੰਦੇ ਹੋ? ਸਾਰੇ ਬਾਹਰੋਂ ਤੇ ਹੈ ਹੀ ਡਰ ਹੈ ਨਾ, ਸਾਰਾ ਡਰ ਹੀ ਤੇ ਖਤਮ ਕੀਤਾ ਹੈ ਲੋਕਾਂ ਦਾ, ਤਾਂ ਹੀ ਤੇ ਲੋਕ ਸਾਡੇ ਕੋਲ ਆ ਰਹੇ ਨੇ। बिस्मिल्लाहिर्रहमानिर्रहीम, अस्सलाम वालेकुम ख़वातीन व हज़रात, डॉक्टर अब्दुल बासित पॉडकास्ट में खुश आमदीद। नाज़रीन, आज की जो हमारी पॉडकास्ट है वो गाड़ियों से मुतल्लिक है और जो मेहमान शख्सियत हमारे स्टूडियो में मौजूद हैं वो अपनी मेहनत, महारत और यूनिक स्टाइल की वजह से इस वक्त सोशल मीडिया पे और गाड़ियों की जो इंडस्ट्री है उसमें एक बड़ा नाम बन चुके हैं। डोगर मोटर ननकाना से जनाब शहजाद डोगर साहब हमारे साथ मौजूद हैं। अस्सलाम वालेकुम डोगर साहब। ਜੀ ਵਾਲੇकुम ਸਲਾਮ। जनाब बड़ी खुश आमदीद, बड़ा शुक्रिया तुसी तशरीफ ले आए। ਜੀ ਤੁਹਾਡਾ ਸ਼ੁਕਰੀਆ ਹੈ ਕਿ ਤੁਸੀਂ ਸਾਨੂੰ ਇੰਨੀ ਇੱਜ਼ਤ ਦਿੱਤੀ। डोगर साहब, थोड़ा सा मुझे ये बताएं, फिर मैं आऊँगा ये गाड़ियों और इन चीज़ों के ऊपर। आपकी जो कामयाबी की कहानी है, माशाल्लाह अल्लाह ने आपको बड़ी इज्जत दी है इस वक्त, वो कहाँ से शुरू होती है? आपका अपना सफ़र किस शहर, किस गांव से, और फिर आज यहाँ तक पहुँचने में कितना टाइम लगा? ਮੈਂ ਜੀ ਨਨਕਾਣਾ ਸਾਹਿਬ ਤੋਂ ਬਿਲੋਂਗ ਕਰਨਾ, ਬੜੇ ਛੋਟੇ ਜਿਹੇ ਸ਼ਹਿਰ ਤੋਂ। ਛੋਟਾ ਜਿਹਾ ਸਿਟੀ ਹੈ ਸਾਡਾ ਔਰ ਵੈਸੇ ਹੈ ਜ਼ਿਲ੍ਹਾ ਹੈ, ਔਰ ਇੱਥੋਂ ਮੈਂ ਬਿਲੋਂਗ ਕਰਨਾ। ਬਹੁਤ ਮੈਂ ਨੀਚੇ ਉੱਪਰ ਆਇਆ, ਬੜੀ ਮਿਹਨਤ ਕੀਤੀ ਹੈ, ਬੜੇ ਧੱਕੇ ਖਾਦੇ ਨੇ। ਸਭ ਤੋਂ ਪਹਿਲੇ ਮੈਂ, ਉਹ ਤਾਂ ਸਫ਼ਰ ਬੜਾ ਲੰਮਾ ਹੈ, कुछ दसो ना थोड़ा ਥੋੜਾ जिहा। ਥੋੜਾ ਦੱਸ ਦਿੰਦੇ ਹਾਂ हाँ, ਕਿ ਮੈਂ ਇਹ ਸਭ ਤੋਂ ਪਹਿਲੇ ਮੈਂ ਕਰਿਆਨੇ ਦੀ ਦੁਕਾਨ ਵੀ ਸੀ ਮੇਰੀ। अच्छा, ਹਾਂਜੀ, ਕਰਿਆਨੇ ਦੀ ਦੁਕਾਨ ਸੀ। ਮੈਂ ਮੇਲਿਆਂ ਤੇ ਨਾ, ਪਹਿਲੇ ਮੇਲੇ ਪਿੰਡਾਂ 'ਚ ਮੇਲੇ ਲੱਗਦੇ ਹੁੰਦੇ ਸੀ ਨਾ, हाँ, ਮੈਂ ਮੇਲਿਆਂ ਤੇ ਮਠਿਆਈ ਵੀ ਦੁਕਾਨ ਵੀ ਸੇਲ ਲਾਉਂਦੇ ਕਰਦਾ ਰਹੇ। ਰਿਹਾ। ਹਾਂਜੀ, अच्छा। ਮਠਿਆਈ ਦੀ ਦੁਕਾਨ ਵੀ ਬਣਾਉਂਦੇ ਰਹੇ ਸੀ। किन्ना अरसा तुसी करियाने दी दुकान और मिठाई वाली दुकान रखी? ਮਠਿਆਈ ਕਰਿਆਨੇ ਦੀ ਦੁਕਾਨ ਤਕਰੀਬਨ ਕੋਈ 2 ਸਾਲ ਤੇ ਰੱਖੀ। ये किस जगह? ਪਿੰਡ ਸੀ 565 ਡੋਗਰਾਂ ਵਾਲਾ। अच्छा, ਹਾਂਜੀ, ते उस तो बाद फिर ए गड्डियां हल किस के दो ਉਸ ਤੋਂ ਬਾਅਦ ਫਿਰ ਮੈਂ ਆਸਤਾ ਆਸਤਾ ਕੰਮ ਚੇਂਜ ਕਰਦਾ ਰਿਹਾ ਨਾਲੋਂ ਨਾਲ, ਕਿ ਫਿਰ ਮੈਂ ਮਿਲ 'ਚ ਨੌਕਰੀ ਕੀਤੀ। ਸ਼ੂਗਰ ਮਿਲ ਹੈ ਸਾਡੇ ਕੋਲ, ਉੱਥੇ ਨੌਕਰੀ ਤੇ ਲੱਗ ਗਿਆ। ਸਾਈਕਲ ਸਟੈਂਡ ਦਾ ਠੇਕਾ ਸੀ ਸਾਡੇ ਕੋਲ, ਉੱਥੇ ਵੀ ਸਾਈਕਲਾਂ ਦੀ ਰਖਵਾਲੀ ਕਰਦੇ ਰਹੇ ਹਾਂ। ਲੋਕਾਂ ਦੇ ਸਾਈਕਲ ਜਿਹੜੇ ਵਰਕਰ ਆਉਂਦੇ ਸੀ ਉਹਨਾਂ ਦੀ ਰਖਵਾਲੀ पार्किंग ਕਰੀ ਸੀ। किस तरह ਹਾਂਜੀ, होंदी है? ਤੇ ਔਰ ਉੱਥੇ ਸਾਡੀ 1400 ਤਨਖਾਹ ਸੀ। 1400 ਤੋਂ ਫਿਰ 2400 ਹੋਈ, 2400 ਤੋਂ 3400 ਹੋਈ। 1400 किस साल इस तनख्वाह सी ਤੁਹਾਡੀ? ਇਹ 92 ਚ, अच्छा, 1992। 1992 ਦੇ ਵਿੱਚ 1400 ਤਨਖਾਹ ਸੀ। ਠੇਕਾ ਸੀ ਜ਼ਾਹਿਰ है। ਮਿਲ, ਸ਼ੂਗਰ ਮਿਲ ਵਾਲਿਆਂ ਨੇ ਸਾਨੂੰ ਠੇਕੇ ਤੇ ਲਿਆ ਸੀ ਸਾਈਕਲ ਸਟੈਂਡ। ਉਹ ਸਾਨੂੰ ਇਕੱਠੇ ਪੈਸੇ ਦੇ ਦਿੰਦੇ ਸੀ ਸ਼ੂਗਰ ਮਿਲ ਵਾਲੇ। ठीक। ਉਹ ਵਰਕਰਾਂ ਕੋਲੋਂ ਪੈਸੇ ਕੱਟਦੇ ਸੀ ਜਾਂ ਨਹੀਂ ਸੀ ਕੱਟਦੇ, ਸਾਨੂੰ ਨਹੀਂ ਪਤਾ। ਸਾਨੂੰ ਉਹਨਾਂ ਨੇ ਇਕੱਠੇ ਪੈਸੇ ਦੇਣੇ ਹੁੰਦੇ ਸੀ, 1400 ਰੁਪਇਆ। 1400 ਤੋਂ ਅਸੀਂ ਫਿਰ 2400 ਹੋਈ, 2400 ਤੋਂ ਫਿਰ ਆਸਤਾ ਆਸਤਾ 3400 ਹੋਈ, 3400 ਤੋਂ ਆਸਤਾ ਆਸਤਾ ਫਿਰ 8000 ਹੋਈ, ਤੇ 8000 ਤੇ ਜਾ ਕੇ ਅਸੀਂ ਉਹਨੂੰ ਨਾ, ਫਿਰ ਅੱਗੋਂ ਅਸੀਂ ਕੰਮ ਚੇਂਜ ਕਰ ਲਿਆ। ਨਾਲ ਮੈਂ PCO ਬਣਾ ਲਿਆ। ਫਿਰ ਮੈਂ ਟੈਲੀਫੋਨ ਐਕਸਚੇਂਜ 'ਚ ਮੈਂ ਲਾਈਨਮੈਨ ਵੀ ਰਿਹਾ, PDCL 'ਚ। अच्छा, ਮੈਂ ਬਹੁਤ ਮਿਹਨਤ ਕੀਤੀ, ਬੜੇ ਕੰਮ ਕੀਤੇ, ਮਜ਼ਦੂਰਾਂ ਦੇ ਮਗਰ ਵੀ ਮਜ਼ਦੂਰੀ ਵੀ ਕੀਤੀ ਹੈ। ਇੱਕ ਇਹ ਵੀ ਟਾਈਮ ਸੀ ਕਿ ਮੈਂ ਨਾ ਇੱਕ ਦਿਨ ਨਾ ਮੇਰੀ ਉਹਦੇ ਨਾਲ ਲੱਗੀ ਡਿਊਟੀ। ਫੋਰਮੈਨ ਨੇ ਮੈਨੂੰ ਕਿਹਾ ਕਿ ਯਾਰ ਮੇਰਾ ਪੁੱਤਰ ਕਮਰਾ ਹੈ, ਤੇ ਉੱਥੇ ਜਾਓ ਨਾ, ਮਿਸਤਰੀ ਦੇ ਨਾਲ ਨਾ ਮੇਰੀ ਡਿਊਟੀ ਲੱਗੀ। ਤੇ ਸਾਰਾ ਦਿਨ ਨਾ ਮੈਂ ਉਹਨੂੰ ਮਸਾਲਾ ਬਣਾ ਕੇ ਦਿੰਦਾ ਸੀ ਮਿਸਤਰੀ ਨੂੰ। ਤੇ ਮੈਂ ਕਿਹਾ ਯਾਰ ਇਹ ਕੰਮ ਬੜਾ ਆਸਾਨ ਹੈ, ਮਿਸਤਰੀ ਵਾਲਾ ਕਿਤੇ ਇਹ ਸਿੱਖਾਂ ਨਾ ਮੈਂ, ਤੇ ਬੜਾ ਕੰਮ ਹੈ। यानी ਜਿਹੜਾ ਤੁਹਾਡਾ ਸੀਨੀਅਰ ਸੀ। ਹਾਂ, ਵੀ ਇੱਟਾਂ ਵੀ ਇਹਨੂੰ ਮੈਂ ਦੇਣਾ ਔਰ ਇਹਨੂੰ ਮਸਾਲਾ ਵੀ ਮੈਂ ਦੇਣਾ, ਤੇ ਇਹ ਸਿਰਫ ਨਾ ਉੱਤੇ ਬਹਿ ਕੇ ਗੋ ਤੇ ਬਸ ਉੱਤੇ ਰੱਖੀ ਜਾ ਰਿਹਾ। ਤਾਂ ਬਸ ਇਹ ਤਾਂ ਬੜਾ ਆਸਾਨ ਕੰਮ ਹੈ। ਤੇ ਉੱਤੇ ਤਾਂ ਮੈਂ ਸਾਰਾ ਦਿਨ ਜ਼ਲੀਲ ਹੋ ਜਾਣਾ। ਫਾਊਂਡਰੀ ਦੇ ਵਿੱਚ, ਇੰਜੀਨੀਅਰਿੰਗ ਦੇ ਵਿੱਚ ਮੈਂ ਕੰਮ ਕਰਦਾ ਸਾਂ। ਤੇ ਇਹ ਸੀ ਵੀ ਮੈਂ ਕਿਹਾ ਯਾਰ ਮੈਂ ਮਿਸਤਰੀ ਕਦੀ ਬਣ ਜਾਵਾਂ ਤੇ ਮੇਰੀ ਥੋੜੀ ਜਿਹੀ ਮੁਸ਼ਕਲ ਆਸਾਨ ਹੋ ਜਾਏਗੀ। ਅੱਲਾਹੁ ਮੈਂ ਮਿਸਤਰੀ ਨੂੰ ਕਿਹਾ ਯਾਰ ਮੈਨੂੰ ਕੰਮ ਸਿਖਾ ਦੇ, ਕੰਮ ਬੜਾ ਤੇਰਾ ਆਸਾਨ ਹੈ। ਉਦੋਂ 400 ਦਿਹਾੜੀ ਸੀ ਮਿਸਤਰੀ ਦੀ, ਤਕਰੀਬਨ 200 ਰੁਪਇਆ ਮਜ਼ਦੂਰੀ ਦਿਹਾੜੀ ਕਿਸ ਸੀ। ਸਾਲ ਦੀ ਗੱਲ ਹੈ? ਇਹ ਸਨ ਹੈ ਕੋਈ ਤਕਰੀਬਨ 96 97 ਦੀ ਗੱਲ ਹੈ। अच्छा, 97 98 फिर
ਉਹ ਬਸ ਇਹ ਜ਼ੇਨ ਸੀ। ਫਿਰ ਉਸ ਤੋਂ ਬਾਅਦ ਮੇਰੀ ਸ਼ਾਦੀ ਹੋਈ 2004 ਚ ਸ਼ਾਇਦ ਮੇਰੀ ਸ਼ਾਦੀ ਹੋਈ। ਮੈਂ ਫਿਰ ਨਾ ਫਾਊਂਡਰੀ ਛੱਡ ਦਿੱਤੀ। ਫਾਊਂਡਰੀ ਸਾਰੀ ਗੱਲ ਜਦੋਂ ਸ਼ਾਦੀ ਹੁੰਦੀ ਇਨਸਾਨ ਦੀ, ਉਹ ਫਿਰ ਤੁਹਾਨੂੰ ਪਤਾ ਹੈ ਕਿ ਬੰਦਾ ਕਦੀ ਕੋਈ ਬੁਲਾਉਂਦਾ ਰਿਸ਼ਤੇਦਾਰ, ਕਦੀ ਕੋਈ ਬੁਲਾਉਂਦਾ। ਦਾਵਤਾਂ ਕਰਦੇ ਸੀ ਰਿਸ਼ਤੇਦਾਰ, ਕਦੀ ਕਿਸੇ ਨੇ ਬੁਲਾ ਲੈਣਾ। 4 ਕੁ ਦਿਨ ਜਿਹੜੇ ਕੋਈ ਸਲਾਮੀਆਂ ਦੇ ਪੈਸੇ ਹੈ ਸਨ, ਉਹ ਸਾਰੇ ਹੀ ਐਸੇ ਤਰ੍ਹਾਂ ਹੀ ਉੱਡ ਗਏ ਟੈਕਸੀਆਂ ਦੇ ਕਿਰਾਇਆ ਦੇ ਵਿੱਚ। ਤੇ ਫਿਰ ਪੈਸੇ ਕੋਈ ਨਹੀਂ ਸਨ ਹੈਗੇ ਕੋਲ। ਤੇ ਫਿਰ ਇੱਕ ਦਿਨ ਮੈਂ ਆਇਆ, ਜਿੱਥੋਂ ਮੈਂ ਅਕਸਰ ਕਹਿੰਦਾ ਕਿ ਮੈਨੂੰ ਅਰਾਈਆਂ ਨਾਲ ਬੜਾ ਪਿਆਰ ਹੈ। ਅੱਛਾ। ਹਾਂਜੀ, ਮੈਂ ਇੱਕ ਦਿਨ ਆਇਆ ਤੇ ਆਪਣਾ ਸਾਈਕਲ ਸਟੈਂਡ ਤੇ ਡਿਊਟੀ, ਮੇਰੀ ਵਾਲਦਾ ਨੇ ਕਿਹਾ ਵੀ ਤੂੰ ਵਿਹਲਾ ਲਗਾ ਫਿਰਨਾ ਹੈ, ਮਹੀਨਾ ਹੋ ਗਿਆ ਤੈਨੂੰ, ਤੇ ਹੁਣ ਤੂੰ ਆਪਣਾ ਕੋਈ ਕੰਮ ਕੁਮ ਕਰ, ਹੁਣ ਬਸ ਕਰ, ਹੁਣ ਬਥੇਰਾ ਫਿਰ ਲਿਆ। ਮੈਂ ਫਿਰ ਸਾਈਕਲ ਸਟੈਂਡ ਤੇ ਗਿਆ, ਆਪਣਾ ਨੌਕਰੀ ਆਪਣੇ ਸਾਈਕਲ ਸਟੈਂਡ ਤੇ ਜਾ ਕੇ ਬੈਠ ਕੇ ਮੇਰੇ ਵਾਲਦ ਸਾਹਿਬ ਮੇਰੇ ਨਾਲ ਹੁੰਦੇ। ਸ਼ੁਰੂ ਤੋਂ ਮੇਰੀ ਨਾ, ਮੈਂ ਆਪਣੇ ਵਾਲਦ ਸਾਹਿਬ ਦੇ ਨਾਲ ਰਿਹਾ। ਮੈਂ ਆਪਣੇ 7 ਸਾਲ ਦਾ ਸਾਂ ਜਦੋਂ ਮੈਂ ਆਪਣੇ ਵਾਲਦ ਸਾਹਿਬ ਦੇ ਨਾਲ ਮੈਂ ਪੜ੍ਹਦਾ ਵੀ ਸੀ, ਤੇ ਨਾਲ ਮੈਂ ਵੈਸੇ ਮਿਡਲ ਪਾਸ ਹਾਂ। ਅੱਛਾ, ਮਿਡਲ ਪਾਸ ਆ, ਮਿਡਲ ਤੱਕ ਮੈਂ ਪੜ੍ਹਿਆ। 9ਵੀਂ ਚ ਮੈਂ ਭਗੌੜਾ ਹੋ ਗਿਆ ਸੀ। ਠੀਕ ਹੈ। ਭਗੌੜਾ ਇਸ ਤੋਂ ਹੋਇਆ ਸੀ ਕਿ ਮੇਰਾ ਆਪਣੇ ਵਾਲਦ ਸਾਹਿਬ ਦੇ ਨਾਲ ਨਾ ਮੈਂ ਕੰਮ ਕਰਦਾ ਸੀ, ਤੇ ਕੰਮ ਵੱਲ ਜ਼ਿਆਦਾ ਤਵੱਜੋ ਦਿੰਦਾ ਸੀ, ਪੜ੍ਹਾਈ ਵੱਲ ਘੱਟ ਤਵੱਜੋ ਦਿੱਤੀ। ਫਿਰ ਮੈਂ ਵਾਲਦ ਸਾਹਿਬ ਦੇ ਨਾਲ ਸਾਈਕਲ ਸਟੈਂਡ ਤੇ ਬੈਠਣਾ ਸ਼ੁਰੂ ਕਰਤਾ। ਤੇ ਇੱਕ ਵਾਰ ਆਈ ਸੀ, ਤੇ ਉਹਨੇ ਮੈਨੂੰ ਕਿਹਾ, ਮੈਂ ਕਿ ਯਾਰ ਮੇਰੇ ਕੋਲ 15,000 ਰੁਪਇਆ ਹੋਵੇ ਨਾ, ਪੈਸੇ ਨਹੀਂ ਸਨ ਹੈਗੇ, ਨਹੀਂ ਮੈਂ ਕਿ ਮੇਰੇ ਕੋਲ 5,000 ਹੋਵੇ ਨਾ, ਤੇ ਮੈਂ ਮਾਸ਼ਾਅੱਲਾ ਆਪਣਾ ਕੰਮ ਚਲਾ ਸਕਣਾ। ਉਹਨੇ ਕਿਹਾ ਮੈਂ ਤੈਨੂੰ 15,000 ਦੇ ਦੇਣਾ ਪੁੱਤ, ਤੂੰ ਕੰਮ ਕਰਕੇ ਵਿਖਾ ਮੈਨੂੰ। ਉਹਨੇ ਮੈਨੂੰ 15,000 ਉਧਾਰਾ ਦਿੱਤਾ। ਮੈਂ 10 ਦਿਨ ਚ ਉਹਦਾ 15,000 ਲਾਤਾ। ਮੈਂ PCO ਬਣਾ ਲਿਆ ਅੰਦਰ। ਉਦੋਂ ਹੁੰਦੇ ਸੀ ਕਾਰਡਲੈਸ ਹੁੰਦੇ ਸੀ, ਨੋਕੀਆ 1100 ਨਵਾਂ ਮੋਬਾਈਲ ਆਇਆ ਸੀ, ਇੱਕ ਇੰਡੀਗੋ ਦੀ ਮੈਂ ਸਿਮ ਲਈ, ਉੱਥੋਂ ਮੈਂ ਟੈਲੀਫੋਨ ਅੰਦਰ ਕਰਾਣੇ ਸ਼ੁਰੂ ਕਰਤੇ। ਬਾਹਰ PCO ਸੀ, ਬਾਹਰ PCO ਸੀ ਸਾਡਾ MNA ਉੱਥੋਂ ਦਾ ਨਨਕਾਣਾ ਸਾਹਿਬ ਦਾ ਰਾਏ ਬਸ਼ੀਰ ਅਹਿਮਦ ਖਾਨ ਪੱਟੀ ਸਾਹਿਬ, ਸਾਡੇ ਜਗੀਰਦਾਰ ਨੇ ਉੱਥੋਂ। ਉਹ PCO ਦੇ ਮੁਕਾਬਲੇ ਤੇ ਮੈਂ ਅੰਦਰ PCO ਖੋਲ ਲਿਆ। ਮੁਕਾਬਲੇ ਮੈਂ ਸ਼ੁਰੂ ਤੋਂ ਹੀ ਕਰਦਾ ਆਇਆ, ਜਿਸ ਤਰ੍ਹਾਂ ਅੱਜ ਮੈਂ ਮੁਕਾਬਲਾ ਕਰ ਰਿਹਾ। ਉਸ PCO ਦਾ ਨਾ ਐਸਾ ਮੈਂ ਨਾ ਸਮਝ ਲਓ ਆਪਰੇਸ਼ਨ ਹੀ ਹੋ ਗਿਆ ਉਹਦਾ, ਕਿ ਮੈਂ ਅੰਦਰ ਮੇਰਾ PCO ਚੱਲ ਗਿਆ, ਉਹ ਨਾਕਾਮ ਹੋ ਗਿਆ। ਫਿਰ ਕੀ ਕੀਤਾ, ਇੱਕ ਦਿਨ ਐਸਾ ਆਇਆ ਕਿ ਉਹੀ PCO ਮੈਂ ਰੈਂਟ ਤੇ ਲੈ ਲਿਆ, ਜਿਹੜਾ ਬਾਹਰ ਉਹਨਾਂ ਦਾ ਸੀ। ਹਾਂਜੀ, ਉਹ ਮਹੀਨੇ ਦਾ ਨਾ ਤਕਰੀਬਨ ਉਸ ਦੌਰ ਦੇ ਵਿੱਚ, ਇਹ ਤਕਰੀਬਨ 2006-7 ਦੀ ਗੱਲ ਹੈ, ਉਦੋਂ ਰੁਪਈਆ 2.5 ਲੱਖ ਸੀਜ਼ਨ ਦਾ ਕੱਢਦੇ ਸੀ। ਸੀਜ਼ਨ ਹੁੰਦਾ 4-5 ਮਹੀਨੇ, ਗੰਨੇ ਦਾ ਸੀਜ਼ਨ। ਅੱਛਾ। ਸ਼ੂਗਰ ਮਿਲ ਦੇ ਅੱਗੇ PCO ਸੀ, ਉਹ ਮੈਂ PCO ਰੈਂਟ ਤੇ ਲੈ ਲਿਆ ਉਹਨਾਂ ਦਾ। ਉਹ ਫਿਰ ਆਸਤਾ ਨਾਲ ਮੈਂ ਚਾਹ ਵਾਲੀ ਦੁਕਾਨ ਬਣਾ ਲਈ। ਉੱਥੋਂ ਬੜੀ ਮਿਹਨਤਾਂ ਕੀਤੀਆਂ ਨੇ, ਬੜੇ ਕੰਮ ਬਦਲੇ ਨੇ। ਫਿਰ ਚਾਹ ਤੋਂ ਬਾਅਦ ਮੇਰੇ ਘਰ ਨਾ, ਫਿਰ ਮੇਰੇ ਘਰ ਉਹ ਬੇਟੀ ਵਾਲੀ ਗੱਲ ਮੈਂ ਅੱਗੇ ਤੁਸੀਂ ਮੈਨੂੰ ਪੁੱਛ ਰਹੇ ਸੀ। ਹਾਂ, ਉਹ ਅਸੀਂ ਪਹਿਲੇ ਚਾਹ 'ਚ ਡਿਸਕਸ ਹੋ ਰਹੀ ਸੀ। ਹਾਂਜੀ, ਮੇਰੀ ਸ਼ਾਦੀ ਹੋਈ, ਤੇ ਸ਼ਾਦੀ ਜਦੋਂ ਇਨਸਾਨ ਦੀ ਸ਼ਾਦੀ ਹੁੰਦੀ ਹੈ ਨਾ, ਤੇ ਅਸਲ ਜ਼ਿੰਦਗੀ ਇਨਸਾਨ ਦੀ ਉਦੋਂ ਸ਼ੁਰੂ ਹੁੰਦੀ ਹੈ। ਮੇਰੀ ਜ਼ਿੰਦਗੀ ਸ਼ੁਰੂ ਹੋਈ ਹੈ ਉੱਥੋਂ, ਜਦੋਂ ਮੇਰੀ ਪਹਿਲੀ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਜਦੋਂ ਬੇਗਮ ਆਈ, ਤੇ ਰਿਜ਼ਕ 'ਚ ਥੋੜਾ ਜਿਹਾ ਇਜ਼ਾਫਾ ਹੋਇਆ ਕਿ ਮੈਂ PCO ਬਣਾ ਲਿਆ। ਸਿਸਟਮ ਤੇਜ਼ ਹੋ ਗਿਆ ਅੱਗੇ ਨਾਲੋਂ। ਅੱਗੇ ਮੈਂ ਤਨਖਾਹ ਤੇ ਸੈਲਰੀ ਤੇ ਕੰਮ ਕਰਦਾ, ਫਿਰ ਮੈਂ ਆਪਣਾ ਬਿਜ਼ਨਸ ਸਟਾਰਟ ਕਰ ਲਿਆ। ਬਿਜ਼ਨਸ ਬਣ ਗਿਆ। ਮੋਬਾਈਲ ਕਾਰਡ ਲਿਆਣੇ, ਉਦੋਂ 100 ਰੁਪਏ ਦਾ ਜਾਇਜ਼ ਦਾ ਕਾਰਡ ਹੁੰਦਾ ਸੀ, ਤੇ 105 ਰੁਪਏ ਦਾ ਮੈਂ ਸੇਲ ਕਰਦਾ। 5 ਰੁਪਏ ਮੈਨੂੰ ਉਧਰੋਂ ਬਚ ਜਾਂਦੇ ਸੀ। ਉਹ ਦਿਹਾੜੀ ਦੇ ਤਕਰੀਬਨ ਮੈਂ ਨਾ 100 ਕਾਰਡ ਸੇਲ ਕਰ ਲੈਂਦਾ ਸੀ ਸ਼ੂਗਰ ਮਿਲ ਦੇ ਵਿੱਚ। ਔਰ ਮੈਂ ਉਧਰੋਂ ਮੇਰੀ ਠੀਕ ਠਾਕ ਪੈਸੇ, ਮੈਨੂੰ 500 ਰੁਪਇਆ ਤਕਰੀਬਨ 100 ਕਾਰਡ ਹਿਸਾਬ ਲਾ ਲਓ, ਪਤਾ ਨਹੀਂ ਕਿੰਨੇ ਪੈਸੇ ਬਣਦੇ ਨੇ। 500 ਰੁਪਇਆ ਇੱਕ ਕਾਰਡ ਦੇ ਪਿੱਛੇ 5 ਰੁਪਏ। ਹਾਂਜੀ, 5 ਰੁਪਏ 500 ਰੁਪਇਆ ਬਣ ਜਾਂਦਾ ਸੀ। ਉਧਰੋਂ ਕੋਈ ਫੋਨ ਸ਼ੂਨ ਕਰਾਣੇ, ਬਥੇਰਾ ਨਿਜ਼ਾਮ ਚੱਲ ਜਾਣਾ। ਫਿਰ ਜਦੋਂ ਮੇਰੀ ਬੇਟੀ ਹੋਈ ਨਾ, ਤੇ ਬੇਟੀ, ਮੈਂ ਤਾਂ ਕਹਿੰਦਾ ਕਿ ਬੇਟੀਆਂ ਦੇ ਜਿਹੜੇ ਮੁਕੱਦਰ ਨੇ ਨਾ, ਉਹ ਬੜੇ ਮਾਸ਼ਾਅੱਲਾ ਰਹਿਮਤ ਨੇ। ਬੇਟੀਆਂ ਜਿਹੜੀਆਂ ਨਾ ਰਹਿਮਤ ਨੇ, ਇਹ ਲੋਕ ਸਮਝਦੇ ਨਹੀਂ ਇਸ ਗੱਲ ਨੂੰ। ਜਦੋਂ ਮੇਰੀ ਬੇਟੀ ਹੋਈ ਨਾ, ਤੇ ਮੈਨੂੰ ਨਾਲ ਮੈਂ ਚਾਹ ਦਾ ਕੰਮ ਸ਼ੁਰੂ ਕਰ ਲਿਆ। 3 ਰੁਪਏ ਦਾ ਚਾਹ ਦਾ ਕੱਪ ਹੁੰਦਾ ਸੀ, ਮੈਂ 10 ਰੁਪਏ ਦਾ ਚਾਹ ਦਾ ਕੱਪ ਵੇਚਦਾ ਸੀ। ਚਾਹੇ ਮੈਂ ਖਾਲਸ ਦੁੱਧ ਪੱਤੀ ਦਿੰਦਾ ਸੀ। ਕੰਮ ਮੈਂ ਖਾਲਸ ਹੀ ਕੀਤਾ ਸ਼ੁਰੂ ਤੋਂ, ਜਿਹੜਾ ਵੀ ਕੰਮ ਕੀਤਾ ਖਾਲਸ ਕੀਤਾ, ਬੇਈਮਾਨੀ ਨਹੀਂ ਕੀਤੀ। ਇੱਕ ਕਤਰਾ ਪਾਣੀ ਦਾ ਨਹੀਂ ਸਾ ਪਾਉਂਦਾ। ਹਰ 7 ਮੇਰੇ ਚੁੱਲ੍ਹੇ ਚੱਲਦੇ ਸੀ, 7 ਮੁਲਾਜ਼ਮ ਮੈਂ ਰੱਖੇ ਸੀ ਨਾਲ। ਔਰ ਮਾਸ਼ਾਅੱਲਾ ਇੰਨਾ ਕੰਮ ਸੀ ਕਿ ਲੋਕੀ ਫੈਸਲਾਬਾਦੋਂ ਲੋਕੀ ਮੇਰੇ ਕੋਲ ਚਾਹ ਪੀਣ ਨਨਕਾਣੇ ਹੁੰਦੇ ਸੀ। ਬੜੀ ਮਸ਼ਹੂਰ ਚਾਹ ਸੀ ਮੇਰੀ। ਮੈਂ ਲਾਈਨ ਚ ਲਾ ਕੇ ਚਾਹ ਦਿੰਦਾ ਸੀ। ਮੈਂ ਕਿਹਾ ਲਾਈਨ ਚ ਬਾਹਰ ਆ ਗਏ ਤੇ ਮੈਂ ਚਾਹ ਨਹੀਂ ਦੇਣੀ। ਅੱਛਾ, ਇੰਨਾ ਮੇਰਾ ਕੰਮ ਸੀ। ਲੋ ਜੀ, ਉਹ ਫਿਰ ਮੇਰੇ ਦੂਸਰੀ ਬੇਟੀ ਹੋਈ, ਮੈਂ ਗੱਡੀ ਲੈ ਲਈ। ਵਾਹ। ਗੱਡੀ ਲੈ ਲਈ 1,02,500 ਰੁਪਏ ਦੀ। ਕਿਹੜੀ ਗੱਡੀ ਲਈ? ਨਿਸਾਨ ਸਨੀ। ਉਹਨੂੰ ਮੈਂ ਫਿਰ ਨਾ ਚਲਾਉਣਾ ਸ਼ੁਰੂ ਕਰਤਾ, ਟੈਕਸੀ ਕਿਰਾਏ ਤੇ ਚਲਾਉਣੀ ਸ਼ੁਰੂ ਕਰਤੀ। ਉਹ ਨਾਲ ਮੈਂ ਸਵਾਰੀ ਸੂਰੀ ਵਾਲੇ ਚਲਾ ਜਾਣਾ, ਤੇ ਉਧਰੋਂ ਮੇਰਾ ਜਿਹੜਾ ਸਾਰੀ ਗੱਲ, ਉਹ ਸਵਾਰੀ ਵਾਲਾ ਚਸਕਾ ਭੈੜਾ ਸੀ। ਰੋਟੀ ਵੀ ਚੰਗੀ ਲੱਭਦੀ ਸੀ, ਫੇਰਾ ਟੋਰਾ ਵੀ ਲੱਭਦਾ ਸੀ।
ਬਸ ਲੋਕਾਂ ਦੇ ਨਾਲ ਜਾਣਾ ਤੇ ਉਹ ਰੁਪਈਆ ਸ਼ਾਮ ਨੂੰ ਨਾ ਮੈਨੂੰ ਉਹਨਾਂ ਨੇ 700-800 ਦੇ ਦੇਣਾ ਤੇ ਆਪਣੀ ਗੱਡੀ ਮੈਂ ਚਲਾਣੀ 1000 ਰੁਪਇਆ ਤਕਰੀਬਨ ਸ਼ਾਮ ਨੂੰ ਬਣ ਜਾਣਾ ਸਕੂਲ। ਉਹ ਮੈਨੂੰ ਐਸਾ ਚਸਕਾ ਪਿਆ ਕਿ ਮੈਂ ਉਹ ਚਾਹ ਵਾਲਾ ਕੰਮ ਛੱਡ ਕੇ ਤੇ ਗੱਡੀ ਚਲਾਉਣੀ ਸ਼ੁਰੂ ਕਰਤੀ। ਜਦੋਂ ਗੱਡੀ ਚਲਾਉਣੀ ਸ਼ੁਰੂ ਕਰਤੀ, ਗੱਡੀ ਤੋਂ ਬਾਅਦ ਫਿਰ ਮੈਂ ਜਿਹੜਾ ਨਾ ਫਿਰ ਮੈਂ ਮੋਟਰਸਾਈਕਲਾਂ ਦਾ ਗੱਡੀ ਨਾਲ ਮੈਂ ਵੇਚਣੀ ਵੀ ਸ਼ੁਰੂ ਕਰਤੀ। ਗੱਡੀ ਰੱਖੀ ਨਹੀਂ ਮੈਂ ਕਿਹਾ ਇਹਨੂੰ ਨਾਲ ਵੇਚੀ ਵੀ ਜਾਵਾਂ। ਚਲੋ ਉਹ ਮੇਰੀ 1,02,500 ਦੀ ਲਈ ਸੀ, 1,40,000 ਦੀ ਮੈਂ ਸੇਲ ਕਰਤੀ। ਐ ਸਾਫ ਸੁਥਰੀ ਰੱਖਦਾ ਸੀ ਮੈਂ ਗੱਡੀ। ਅੱਛਾ, ਪਹਿਲੀ ਗੱਡੀ ਜਿਹੜੀ ਤੁਸੀਂ ਲਈ? ਪਹਿਲੀ ਲਈ ਨਾ ਬੜੀ ਔਖਿਆਂ ਹੋ ਕੇ ਲਈ। ਮੋਟਰਸਾਈਕਲ ਸੀ ਵੇਚ ਦਿੱਤੀ, ਨਾਲ ਕੋ ਥੋੜੇ ਜਿਹੇ ਪੈਸੇ ਸੀ ਉਹ ਦਿੱਤੇ, ਥੋੜੇ ਜਿਹਾ ਉਧਾਰ ਕੀਤਾ। 1,02,500 ਦੀ ਗੱਡੀ ਲਈ, ਉਹ 1,40,000 ਦੀ ਮੇਰੀ ਮਹੀਨੇ ਕੁ ਬਾਅਦ ਵਿਕ ਗਈ। ਫਿਰ ਮੈਂ 1,90,000 ਦੀ ਗੱਡੀ ਲਈ। 1,40,000 ਉਹਨਾਂ ਨੂੰ ਕੈਸ਼ ਦੇ ਦਿੱਤਾ, 50,000 ਦਾ ਟਾਈਮ ਲੈ ਲਿਆ, 1,90,000 ਦੀ ਗੱਡੀ ਲਈ। ਉਹ ਮੈਂ 2,33,000 ਦੀ ਗੱਡੀ ਸੇਲ ਕਰ ਲਈ। ਵਾਹ। ਉਧਰ ਫਿਰ ਮੈਨੂੰ ਪ੍ਰੋਫਿਟ ਹੋਇਆ। ਫਿਰ ਮੈਂ ਗੱਡੀ ਲੈ ਲਈ 5.25 ਲੱਖ ਰੁਪਏ ਦੀ। 2,33 ਉਹਨਾਂ ਨੂੰ ਨਗਦ ਦੇ ਦਿੱਤਾ, ਬਾਕੀ ਕਰ ਲਿਆ ਟਾਈਮ। ਉਹ ਮੈਂ ਸਾਫ ਸੁਥਰੀ ਰੱਖਦਾ ਸਾਂ, ਚਮਕਾ ਕੇ ਰੱਖਦਾ ਸਾਂ 24 ਘੰਟੇ। ਕਦੋਂ ਗਾਹਕ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਵੇ। ਗਾਹਕ ਦਾ ਤੇ ਮੌਤ ਦਾ ਕੋਈ ਪਤਾ ਨਹੀਂ। ਅੱਲਾਹੁ। ਹਾਂਜੀ। ਮੈਂ ਫਿਰ ਉਹਨੂੰ ਨਾ ਜਨਾਬ ਉਹਨੂੰ ਵੇਚਣਾ ਸ਼ੁਰੂ ਕਰਤਾ। ਆਸਤਾ ਆਸਤਾ ਅੱਲਾ ਨੇ ਮੇਰੇ ਬਾਂਹ ਫੜ ਲਈ, ਮੇਰਾ ਨਿਜ਼ਾਮ ਚੱਲ ਗਿਆ। ਫਿਰ ਮੈਂ ਕਰੋਲਾ ਇੱਕ ਹੋਰ ਲਈ 2003 ਮਾਡਲ ਦੀ ਐਸੀ ਸਲੋਨ। ਹੁਣ ਤੁਸੀਂ ਇਹ ਜਿਹੜਾ ਡੋਗਰ ਮੋਟਰ ਨਨਕਾਣਾ ਹੈ ਜੀ, ਇਹ ਕਿਸ ਜਗ੍ਹਾ ਲਾਉਂਦੇ ਹੋ ਮੇਲਾ, ਔਰ ਇੱਥੇ ਇਹ ਕੀ ਚੀਜ਼ ਹੈ? ਫੇਸਬੁੱਕ ਤੇ ਟਿਕਟੌਕ ਤੇ ਤੁਸੀਂ ਨਜ਼ਰ ਆਉਂਦੇ ਹੋ, ਗੱਡੀ ਹੁੰਦੀ ਹੈ ਇਰਦ ਗਿਰਦ ਕੋਈ 15-20 ਲੋਕ ਖੜੇ ਹੁੰਦੇ ਹਾਂਜੀ। ਇਹ ਨਾ ਜੀ ਅਸੀਂ ਅਲ ਜਲੀਲ ਗਾਰਡਨ ਸੁਸਾਇਟੀ ਇੱਥੇ ਫੈਜ਼ਪੁਰ ਇੰਟਰਚੇਂਜ ਸ਼ਰਕਪੁਰ ਰੋਡ ਤੇ, ਲਾਹੌਰ ਤੋਂ ਜਦੋਂ ਤੁਸੀਂ ਜਾਂਦੇ ਹੋ ਨਾ ਫੈਸਲਾਬਾਦ, ਸ਼ਰਕਪੁਰ ਰੋਡ ਹੈ ਉਹਦੇ ਤੇ ਇਹ ਸੁਸਾਇਟੀ ਹੈ। ਉਹਦੇ ਅੰਦਰ ਸ਼ੋਰੂਮ ਹੈ ਸਾਡਾ ਡੋਗਰ ਮੋਟਰ ਨਨਕਾਣਾ ਵਾਲੇ ਦੇ ਨਾਂ ਤੋਂ। ਕਈ ਲੋਕ ਸਮਝਦੇ ਨੇ ਕਿ ਨਨਕਾਣੇ ਸ਼ੋਰੂਮ ਹੈ। ਨਨਕਾਣੇ ਨਹੀਂ, ਇਹ ਮੇਰੀ ਪਹਿਚਾਣ ਹੈ ਨਨਕਾਣੇ ਦੇ ਨਾਮ ਤੋਂ। ਮੈਂ ਨਨਕਾਣੇ ਦੇ ਨਾਮ ਨੂੰ ਨਹੀਂ ਛੱਡਿਆ, ਬਲਕਿ ਨਨਕਾਣੇ ਦੇ ਨਾਮ ਨੂੰ ਪ੍ਰਮੋਟ ਕੀਤਾ। ਨਨਕਾਣੇ ਦੇ ਨਾਮ ਦਾ ਹੋ ਸਕਦਾ ਕਿ ਇੰਨਾ ਕਿਸੇ MNA MP ਨੇ ਨਹੀਂ ਪ੍ਰਮੋਟ ਕੀਤਾ ਜਿੰਨਾ ਮੈਂ ਕੀਤਾ। ਡੋਗਰ ਮੋਟਰ ਨਨਕਾਣਾ ਜਨਾਬ ਇਸ ਵਕਤ ਜੀ ਹਾਂਜੀ ਸੈਲੀਬ੍ਰਿਟੀ ਹੋ ਦੁਨੀਆ ਦੇ ਉੱਤੇ ਮਾਸ਼ਾਅੱਲਾ ਬੜਾ ਨਾਮ ਕਮਾਇਆ। ਔਰ ਅੰਦਰ ਸੁਸਾਇਟੀ ਦੇ ਅੰਦਰ ਸਾਡਾ ਸ਼ੋਰੂਮ ਹੈ ਔਰ ਅਸੀਂ ਮੇਲਾ ਲਾਉਂਦੇ ਹਾਂ। ਮੇਲੇ ਦੀ ਸ਼ਕਲ ਦਿੱਤੀ ਹੈ ਕਿਉਂਕਿ ਸਿਰਫ ਅਸੀਂ ਗੱਡੀ ਮੇਲੇ 'ਚ ਹੀ ਵੇਚਦੇ ਹਾਂ, ਅੱਗੇ ਪਿੱਛੇ ਅਸੀਂ ਗੱਡੀ ਸੇਲ ਨਹੀਂ ਕਰਦੇ। ਠੀਕ ਹੈ। ਅਸੀਂ ਮੇਲੇ ਦੇ ਵਿੱਚ ਲੋਕ ਸਾਡੇ ਕੋਲ ਗੱਡੀਆਂ ਲੈ ਕੇ ਆ ਜਾਂਦੇ ਨੇ, ਉਹਨਾਂ ਦੀ ਅਸੀਂ ਗੱਡੀ ਸੇਲ ਕਰਨੇ ਆ। 15,000 ਰੁਪਏ ਅਸੀਂ ਕਮਿਸ਼ਨ ਲੈਂਦੇ ਹਾਂ। ਗੱਡੀ ਭਾਵੇਂ 3 ਕਰੋੜ ਦੀ ਹੋਵੇ, ਭਾਵੇਂ 2 ਕਰੋੜ ਦੀ ਹੋਵੇ, ਸਾਡਾ ਫਿਕਸ ਕਮਿਸ਼ਨ ਹੈ 15,000 ਰੁਪਏ। ठीक है। तो कितनियां गड्डियां आती हैं मेरे? तकरीबन 2-3 हज़ार गड्डी आ जाती है। ये तो बहुत बड़ा एक किस्म का कारोबार है, इन्वेस्टमेंट है वहाँ पे। और क्या कुछ आप बता रहे थे अभी जब हम पहले डिस्कस कर रहे थे कि उन लोगों को खाना भी सारा आप जी बिल्कुल ਅਸੀਂ बंदोबस्त करते हैं? ਜੀ ਸਾਰੀ ਗੱਲ ਮੇਲਾ ਹੈ ਨਾ ਤੇ ਦੂਰ ਦਰਾਜ਼ ਤੋਂ ਲੋਕ ਆਉਂਦੇ ਨੇ। ਪਹਿਲੇ ਤੇ ਕਈ ਲੋਕ ਰਾਤ ਨੂੰ ਹੀ ਆ ਜਾਂਦੇ ਨੇ। अच्छा। ਜਿਨ੍ਹਾਂ ਨੇ ਗੱਡੀਆਂ ਖਰੀਦਣੀਆਂ ਹੁੰਦੀਆਂ ਨੇ ਨਾ ਉਹ ਰਾਤ ਨੂੰ ਰੁਕ ਜਾਂਦੇ ਨੇ ਆ ਕੇ। ਉਹਨਾਂ ਦੇ ਰੁਕਣ ਦਾ ਵੀ ਬੰਦੋਬਸਤ ਪੂਰਾ ਕੀਤਾ ਹੈ। ਤੁਸੀਂ ਕਰਦੇ ਹੋ? ਜੀ ਅਸੀਂ ਕਰਨੇ ਆ। फ्री ਮੇਲਾ ਹੈ ਨਾ ਜੀ, ਹਾਂਜੀ ਫ੍ਰੀ ਸਾਰਾ ਕੁਝ, ਫ੍ਰੀ ਆਫ ਕਾਸਟ। ਖਾਣਾ ਸਾਡਾ 3 ਟਾਈਮ ਖਾਣਾ ਚੱਲਦਾ ਔਰ ਅੱਛਾ ਖਾਣਾ, ਮਿਆਰੀ ਖਾਣਾ ਅਸੀਂ ਦਿੰਦੇ ਹਾਂ। ਇਹ ਨਹੀਂ ਕਿ ਐਵੇਂ ਬਸ ਫਾਰਮੈਲਿਟੀ ਪੂਰੀ ਨਹੀਂ, ਕਿਉਂਕਿ ਸਾਰੀ ਬਰਕਤ ਹੀ ਲੰਗਰ ਦੀ ਹੈ। ਸ਼ੁਰੂ ਤੋਂ ਮੈਂ ਲੰਗਰ ਵਸੀਹ ਰੱਖਿਆ, ਭਾਵੇਂ ਮੇਰੀ ਕਰਿਆਨੇ ਦੀ ਦੁਕਾਨ ਸੀ ਤੇ ਭਾਵੇਂ ਜੋ ਮਰਜ਼ੀ ਸੀ। ਸ਼ੁਰੂ ਤੋਂ ਮੈਂ ਨਨਕਾਣ, ਜਦੋਂ ਮੇਰੀ ਕਰਿਆਨੇ ਦੀ ਦੁਕਾਨ ਸੀ ਨਾ, ਉਦੋਂ ਵੀ ਮੈਂ ਪਿੰਡ ਦੇ ਵਿੱਚ ਕੋਈ ਕਿਸੇ ਨੇ ਕੱਪੜਾ ਵੇਚਣ ਆਉਣਾ ਹੈ, ਕਿਸੇ ਨੂੰ ਕੋਈ ਕੰਮ ਹੈ ਤੇ ਮੇਰੇ ਹੀ ਦੁਕਾਨ ਤੇ ਹੀ ਉਹਨੇ ਆ ਕੇ ਸਟਾਲ ਲਾਣਾ ਆਪਣਾ। ਕਿਉਂ? ਰੋਟੀ ਪਾਣੀ ਮੇਰੇ ਕੋਲ ਹੀ ਲੱਭਦਾ ਸੀ ਉਹਨੂੰ, ਤੇ ਜਿੱਥੋਂ ਰੋਟੀ ਪਾਣੀ ਲੱਭਣਾ ਉੱਥੇ ਹੀ ਬੰਦੇ ਜਾਣਾ ਹੁੰਦਾ। ਔਰ ਇਹ ਅੱਲਾ ਨੇ ਪਤਾ ਨਹੀਂ, ਇਹ ਜਿਹੜਾ ਮੈਂ ਲੰਗਰ ਚਲਾਉਣਾ ਇਸ ਵਜ੍ਹਾ ਤੋਂ ਹੀ ਅੱਲਾ ਨੇ ਮੈਨੂੰ ਤੇ ਇੰਨੀ ਖੈਰ ਕੀਤੀ ਹੈ ਕਿ ਮੈਂ ਇੱਕ ਦੌਰ ਉਹ ਵੀ ਸੀ ਕਿ ਮੈਂ ਸਪੀਕਰ ਸੀ ਪਿੰਡ ਦੇ ਵਿੱਚ ਲਾਇਆ। ਸਪੀਕਰ ਉਦੋਂ ਵੀ ਮੈਂ ਲਾਇਆ ਹੋਇਆ ਸੀ। अच्छा। ਇੱਕ ਕਰਿਆਨੇ ਵਾਲੀ ਦੁਕਾਨ ਤੇ ਨਾ ਇੱਕ ਸਪੀਕਰ ਲਾਇਆ, ਐਲਾਨ ਮੈਂ ਕਰਦਾ ਸੀ ਪਿੰਡ 'ਚ। ਮਸਜਿਦਾਂ 'ਚ ਤੇ ਐਲਾਨ ਕਰਨ ਨਹੀਂ ਸੀ ਨਾ ਦਿੰਦੇ, ਪਹਿਲੇ ਮਸਜਿਦਾਂ 'ਚ ਐਲਾਨ ਹੁੰਦਾ ਸੀ, ਫਿਰ ਮਸਜਿਦ 'ਚ ਐਲਾਨ ਬੰਦ ਹੋ ਗਿਆ। ਮੈਂ ਸਪੀਕਰ ਲਾ ਲਿਆ, ਮੈਂ 5 ਰੁਪਏ ਸਪੀਕਰ ਦੇ ਐਲਾਨ ਕਰਨ ਦੇ ਲੈਂਦਾ ਸੀ। ਔਰ ਮੇਰੇ ਕੋਲ ਨਾ ਟੈਲੀਫੋਨ ਆਉਂਦਾ ਸੀ ਲੋਕਾਂ ਦਾ, ਤੇ ਫੋਨ ਮੇਰੇ ਘਰ ਹੀ ਲੱਗਾ ਸੀ। ठीक है। ਤੇ ਮੈਂ ਐਲਾਨ ਕਰਦਾ ਸੀ ਕਿ ਫਲਾਣਿਆ ਤੇਰਾ ਫੋਨ ਆਇਆ, ਆ ਕੇ ਆਪਣਾ ਫੋਨ ਸੁਣ ਲੈ। ਉਹਦੇ ਕੋਲ 5 ਰੁਪਏ ਲੈਂਦਾ ਸੀ ਫੋਨ ਸੁਣਨ ਦੇ। ਤੇ ਹੁਣ ਤੁਸੀਂ ਦੱਸ ਰਹੇ ਜਿਸ ਤਰ੍ਹਾਂ ਕਿ ਇੱਥੇ ਹੁਣ ਤੁਸੀਂ ਸਾਰਾ ਬੰਦੋਬਸਤ ਤੁਸੀਂ ਕਰਦੇ ਹੋ? ਅਸੀਂ ਸਾਰਾ ਬੰਦੋਬਸਤ ਅਸੀਂ ਕਰਨੇ ਆ, ਰੋਟੀ ਪਾਣੀ ਰਿਹਾਇਸ਼ ਸਾਰਾ ਕੁਝ ਅਸੀਂ ਦਿੰਨੇ ਆ। ਮੇਰੇ ਕੋਲ ਮਾਸ਼ਾਅੱਲਾ 135 ਬੰਦੇ ਨੇ। ਅੱਛਾ। ਜਿਹੜੇ ਮੇਰੀ ਟੀਮ ਹੈ ਸ਼ੋਰੂਮ ਦੀ, 135 ਉਹ ਬੰਦੇ ਨੇ ਜਿਹਨੇ ਆਪਣੇ ਜ਼ਾਤੀ ਸ਼ੋਰੂਮਾਂ ਦੇ ਮਾਲਕ ਨੇ। ਉਹ ਕੋਈ ਵਿਹਾੜੀ ਤੋਂ, ਕੋਈ ਸ਼ੇਖੂਪੁਰੇ ਤੋਂ, ਕੋਈ ਫੈਸਲਾਬਾਦ ਤੋਂ, ਜਗ੍ਹਾ ਜਗ੍ਹਾ ਤੋਂ ਲੋਕ ਆ ਕੇ
ਇੱਥੇ ਕਿਉਂਕਿ ਬਾਹਰ ਨਾ ਇਸ ਟਾਈਮ ਕੰਮ ਨਹੀਂ ਹੈ। OLX रोजगार तो है ही नहीं है ना पाकिस्तान में, ਕੋਈ ਵੀ business तो ਕੰਮ कोई चीज नहीं है। ਕੋਈ ਵੀ ਕਾਰੋਬਾਰ ਨਹੀਂ ਹੈਗਾ। ਇਹ ਨਹੀਂ ਕਿ ਸਾਡਾ ਗੱਡੀਆਂ ਦਾ, ਹਰ ਕਾਰੋਬਾਰ ਦਾ ਹੀ ਬੇੜਾ ਗਰਕ ਹੋ ਗਿਆ ਹੈ ਕੁਝ ਅਰਸੇ ਤੋਂ, ਬਿਲਕੁਲ ਹੀ ਫਲਾਪ ਹੋਈ ਪਈ ਅੱਜ। ਲੇਕਿਨ ਗੱਡੀਆਂ ਦਾ ਤੇ ਬਿਲਕੁਲ ਹੀ ਕਾਰੋਬਾਰ ਕੋ ਨਹੀਂ ਬਾਹਰ ਹੈਗਾ। ਇਹ ਸਾਡਾ ਲੱਗਦਾ ਮੇਲਾ, ਮੇਲੇ ਦੇ ਵਿੱਚ ਲੋਕਾਂ ਦਾ ਫਾਇਦਾ ਹੈ ਗੱਡੀ ਖਰੀਦਣ ਦਾ। ਖਰੀਦਣੀ ਵੀ ਆਸਾਨ ਹੈ ਔਰ ਵੇਚਣੀ ਵੀ ਆਸਾਨ ਹੈ, ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਆਇਆ ਹੁੰਦਾ। ਕਿਸੇ ਨੂੰ ਮਹਾਰਾਜ ਨੇ, ਕਿਸੇ ਨੂੰ ਬਾਦੀ ਨੇ, ਕਿਸੇ ਨੂੰ ਇੱਕ ਚੀਜ਼ ਪਸੰਦ ਆ ਰਹੀ ਹੁੰਦੀ, ਦੂਸਰੇ ਨੂੰ ਨਹੀਂ ਆ ਰਹੀ ਹੁੰਦੀ। ਤੁਹਾਡਾ ਜਿਹੜਾ ਮੇਲਾ ਹੈ ਤੇ ਫਿਰ ਬੜੇ ਲੋਕਾਂ ਵਾਸਤੇ ਰੋਜ਼ਗਾਰ ਜ਼ਰੀਆ ਰੋਜ਼ਗਾਰ ਹੈ। 130-35 ਬੰਦਿਆਂ ਦਾ ਰੋਜ਼ਗਾਰ ਲੱਗਾ ਔਰ ਜਿੰਨੇ ਇੱਥੇ ਡੀਲ ਕਰਨੀ ਉਹਦੀ ਕਮਿਸ਼ਨ ਹੈ। ਅੱਛਾ, ਇਹ ਬੜਾ ਸਿਸਟਮ ਹੈ ਸਾਡਾ। ਤੁਸੀਂ ਜਿਹੜਾ ਬੰਦਾ ਡੀਲ ਕਰੇਗਾ ਨਾ, ਜਿਹੜੇ 135 ਬੰਦੇ ਨੇ ਗੱਡੀਆਂ ਸੇਲ ਕਰਦੇ ਨੇ, ਜਿੰਨੇ ਗੱਡੀਆਂ ਸੇਲ ਕਰਨੀ ਹੈ ਨਾ ਉਹਦੀ ਕਮਿਸ਼ਨ ਹੈ। ਹਰ ਬੰਦੇ ਨਾਲ ਮੇਰਾ 50-50 ਹੈ। 15,000 ਰੁਪਇਆ ਉਹਨੇ ਲੈ ਜਾਣਾ, 15 ਮੈਨੂੰ ਆ ਜਾਣਾ। ਤੇ ਤੁਸੀਂ ਵੇਚਣ ਵਾਲੇ ਔਰ ਖਰੀਦਣ ਵਾਲੇ ਦੋਨਾਂ ਕੋ ਕਮਿਸ਼ਨ ਲੈਂਦੇ ਹੋ? ਹਾਂਜੀ, ਦੋਨਾਂ ਕੋ 15,000 ਰੁਪਇਆ ਅਸੀਂ ਲੈਂਦੇ ਆ। ਉਹਦੇ 'ਚ ਅਸੀਂ ਗੱਡੀ ਦੀ CIA ਐਂਟੀ ਕਾਰ ਲਿਫਟਿੰਗ ਤੋਂ ਚੈੱਕ ਕਰਵਾ ਕੇ ਦੇਣੀ ਹੁੰਦੀ ਹੈ। ਉਹਦੇ 'ਚ ਅਸੀਂ ਗੱਡੀ ਦੇ ਮੁਕੰਮਲ ਡਾਕੂਮੈਂਟਸਾਂ ਦੀ ਤਸੱਲੀ ਦੇਣੀ ਹੈ ਕਰਕੇ, ਉੱਥੇ ਉਹਨਾਂ ਨੂੰ ਵੀ ਅਸੀਂ ਪੈਸੇ ਦਿੰਦੇ ਆ। ਅੱਛਾ ਬ੍ਰੋਕਰ ਸਾਹਿਬ, ਆਮ ਤੌਰ ਤੇ ਬੰਦਾ ਜਦੋਂ ਗੱਡੀ ਖਰੀਦਦਾ ਉਹਨੂੰ ਇਹ ਸ਼ੱਕ ਹੁੰਦਾ ਹੈ ਜਾਂ ਡਰ ਹੁੰਦਾ ਸੈਕੰਡ ਹੈਂਡ ਗੱਡੀ 'ਚ ਕਿ ਲੱਗੀ ਨਾ ਹੋਏ ਜਾਂ ਚੋਰੀ ਦੀ ਨਾ ਹੋਏ, ਬੜਾ ਵੀ ਡਰ ਤੁਸੀਂ ਗਾਰੰਟੀ ਲੈਂਦੇ ਹੋ? ਸਾਰੇ ਬਾਹਰੋਂ ਤੇ ਹੈ ਹੀ ਡਰ ਹੈ ਨਾ, ਸਾਰਾ ਡਰ ਹੀ ਤੇ ਖਤਮ ਕੀਤਾ ਲੋਕਾਂ ਦਾ, ਤਾਂ ਹੀ ਤੇ ਲੋਕ ਸਾਡੇ ਕੋਲ ਆ ਰਹੇ ਨੇ। ਅਸੀਂ ਕੀ ਕਰਨੇ ਆ, ਸਾਡੇ ਕੋਲ ਬੰਦਾ ਹੁੰਦਾ ਗੱਡੀ ਲੈਣ ਵਾਸਤੇ, ਅਸੀਂ ਉਹਨੂੰ ਨਹੀਂ ਜਾਣਦੇ ਕੌਣ ਹੈ, ਨਾ ਅਸੀਂ ਵੇਚਣ ਵਾਲੇ ਨੂੰ ਜਾਣਦੇ ਕੌਣ ਹੈ। ਜੇ ਅਸੀਂ ਜਾਣਦੇ ਵੀ ਹੋਈਏ ਤੇ ਅਸੀਂ ਉਹਨੂੰ ਲਿਫਟ ਹੀ ਨਹੀਂ ਕਰਾਉਂਦੇ। ਸਾਡਾ ਇੱਕ ਤਰੀਕਾਕਾਰ ਹੈ, ਉਸ ਤਰੀਕੇਕਾਰ ਨਾਲ ਉਹਨੇ ਚੱਲਣਾ। ਅਗਰ ਉਹਨੇ ਤਰੀਕੇਕਾਰ ਤੋਂ ਥੋੜਾ ਜਿਹਾ ਧਰਮ ਬਰਮ ਹੋਣਾ ਨਾ, ਉਹ ਸਮਝ ਲਓ ਮਰ ਗਿਆ। ਉਹ ਕੀ ਤਰੀਕਾਕਾਰ ਹੈ ਤੁਹਾਡਾ ਜੀ? ਸਾਡਾ ਇਹ ਤਰੀਕਾਕਾਰ ਹੈ, ਸਭ ਤੋਂ ਪਹਿਲੇ ਗੱਡੀ ਆ ਗਈ ਸਾਡੇ ਪੰਡਾਲ 'ਚ ਦਾਖਲ ਹੋ ਗਈ, ਅਸੀਂ ਉਹਦੀ ਇਨਸਪੈਕਸ਼ਨ ਕਰਨੇ ਆ। ਗੱਡੀ ਦੀ ਇਨਸਪੈਕਸ਼ਨ ਹੁੰਦੀ ਹੈ, ਟੀਮ ਰੱਖੀ ਇਨਸਪੈਕਸ਼ਨ ਦੀ। 2000 ਰੁਪਇਆ ਉਹਦੀ ਫੀਸ ਹੈ। ਤੁਸੀਂ 2000 ਰੁਪਇਆ ਤੁਸੀਂ ਗੱਡੀ ਲੈ ਕੇ ਆਉਂਦੇ ਹੋ ਜਾਂ ਕੋਈ ਭਾਈ ਗੱਡੀ ਲੈ ਕੇ ਆਉਂਦਾ ਹੈ, 2000 ਰੁਪਇਆ ਜਾ ਕੇ ਉਹਨਾਂ ਨੂੰ ਇਨਸਪੈਕਸ਼ਨ ਵਾਲਿਆਂ ਨੂੰ ਦੇਗਾ। ਉਹਦੀ ਪੂਰੀ ਗੱਡੀ ਦੀ ਇਨਸਪੈਕਸ਼ਨ ਸ਼ੀਟ ਬਣਾ ਕੇ ਦੇਣਗੇ ਕਿ ਤੁਹਾਡੀ ਗੱਡੀ ਦੀ ਇਹ ਕੰਡੀਸ਼ਨ ਹੈ। ਫਿਰ ਉਸ ਸ਼ੀਟ ਦੇ ਮੁਤਾਬਕ ਬੋਲੀ ਹੋਏਗੀ ਗੱਡੀ ਦੀ। ਸਾਡਾ ਬੋਲੀ ਵਾਲਾ ਬੰਦਾ ਬੋਲੀ ਲਾਏਗਾ ਕਿ ਇਸ ਗੱਡੀ ਦੀ ਇਹ ਕੰਡੀਸ਼ਨ ਹੈ, ਇਹਦੇ ਮੁਤਾਬਕ ਇਹ ਗੱਡੀ ਹੈ, ਇਹਦੀ ਹੁਣ ਬੋਲੀ ਲਾਓ। ਤੇ ਜਿਹਨੂੰ ਸਮਝ ਆਉਂਦੀ ਹੈ ਉਹ ਫਿਰ ਬੋਲੀ ਲੱਗੇਗੀ। ਅਗਰ ਮਾਲਕ ਨੂੰ ਰੇਟ ਸਮਝ ਆ ਜਾਏਗਾ ਤੇ ਮਾਲਕ ਦੇ ਦੇਗਾ, ਨਹੀਂ ਰੇਟ ਸਮਝ ਆਏਗਾ ਤੇ ਨਹੀਂ ਦੇਗਾ। ਅਗਰ ਮਾਲਕ ਨੂੰ ਸਮਝ ਆ ਜਾਏਗਾ ਰੇਟ ਤੇ ਉਹ ਦੇ ਦੇਗਾ। 5000 ਟੋਕਨ ਹੋਏਗਾ। ਟੋਕਨ ਹੋਣ ਤੋਂ ਬਾਅਦ ਗੱਡੀ ਆਏਗੀ ਮੇਰੇ ਕੋਲ, ਮੈਂ ਚੈੱਕ ਕਰਾਂਗਾ ਇਹਦਾ ਰੇਟ ਠੀਕ ਹੈ, ਇਹ ਗੱਡੀ ਮਹਿੰਗੀ ਤੇ ਨਹੀਂ। ਮਹਿੰਗੀ ਗੱਡੀ ਨਹੀਂ ਅਸੀਂ ਵੇਚਦੇ। ਅੱਛਾ, ਅਸੀਂ ਮਾਰਕੀਟ ਨਾਲੋਂ 50,000 ਜਾਂ ਲੱਖ ਰੁਪਇਆ ਗੱਡੀ ਸਸਤੀ ਵੇਚਣੀ। ਅਗਰ ਮਹਿੰਗੀ ਗੱਡੀ ਹੋਣੀ ਹੈ ਅਸੀਂ ਕੈਂਸਲ ਕਰ ਦੇਣੀ। ਅਸੀਂ ਉਹਨੂੰ ਕਹਿਣਾ ਵੀ ਤੁਹਾਡੀ ਗੱਡੀ ਮਹਿੰਗੀ ਹੈ, ਐਨੇ ਦੀ ਨਹੀਂ ਹੈਗੀ, ਕਿਉਂਕਿ ਅਸੀਂ ਜਿਹੜੇ ਕਸਟਮਰ ਨੂੰ ਗੱਡੀ ਦਿੰਦੇ ਆ ਉਹ ਸਾਡਾ ਕਸਟਮਰ ਜ਼ਾਤੀ ਕਸਟਮਰ ਹੈ ਔਰ ਅਸੀਂ ਹਾਲਾਂਕਿ ਉਹਨੂੰ ਜਾਣਦੇ ਨਹੀਂ ਹੁੰਦੇ ਕੌਣ ਹੈ, ਲੇਕਿਨ ਅਸੀਂ ਇਸ ਜ਼ੇਨ ਨਾਲ ਗੱਡੀ ਦਿੰਦੇ ਆ ਕਿ ਇਹ ਕਸਟਮਰ ਨਹੀਂ ਲੈ ਰਿਹਾ, ਇਹ ਅਸੀਂ ਲੈ ਰਹੇ ਹਾਂ ਤੇ ਸਾਡੇ ਘਰ ਜਾ ਰਹੀ ਹੈ। ਇਸ ਜ਼ੇਨ ਨਾਲ ਅਸੀਂ ਕੰਮ ਕਰਨੇ ਆ कि ये साढ़े घर जा रही है, ता बरकत है सारी। डोगर साहब, आम तौर पे बंदे को ये मसला होता है कि वो कहता है कि यार मैं गाड़ियों का कारोबार तो करूं, खरीदूं बेचूं। आम लोग भी करना चाहते हैं ना, एक गाड़ी खरीदी। तुसी ये दस्सिया है तुहाडा जिंदगी दा जड़ा कामयाबी वो स्टार्ट ही इत्थों लई कि एक गड्डी लई ते फिर वो बेची। ये कैसा कारोबार है अगर एक आम बंदा करना चाहता है? कोई मुलाजम पेशा बंदा अपना चाहता है कि नाल बिजनेस शुरू हो जाए? ਇਹਦੇ ਵਰਗਾ ਕੋਈ ਕਾਰੋਬਾਰ ਹੀ ਨਹੀਂ। अच्छा, ਬਿਹਤਰੀਨ ਕਾਰੋਬਾਰ ਹੈ। ਮੈਂ ਕਹਾਂਗਾ ਇਹ ਜਿਹੜੇ ਲੋਕ ਘਰਾਂ ਦੇ ਵਿੱਚ ਗੱਡੀਆਂ ਰੱਖਦੇ ਨੇ ਨਾ, ਇਹ ਕਮਲੇ ਨੇ। अच्छा ਹਾਂਜੀ, ठीक है। 25-30 ਲੱਖ ਰੁਪਇਆ ਇਨਵੈਸਟ ਕਰਕੇ ਤੇ ਘਰ ਖੜੀ ਕਰ ਲੈਣੀ ਬੇਵਕੂਫੀ ਹੈ। ਜਿਹੋ ਜਿਹਾ ਅਸੀਂ ਇਹਨਾਂ ਨੂੰ ਲੋਕਾਂ ਨੂੰ ਪਲੇਟਫਾਰਮ ਦੇ ਦਿੱਤਾ ਨਾ ਡੋਗਰ ਮੋਟਰ, ਇਹ ਇਹਨਾਂ ਲੋਕਾਂ ਦੀ ਖੁਸ਼ਕਿਸਮਤੀ ਹੈ, ਇਹਨਾਂ ਦੀ ਬਦਕਿਸਮਤੀ ਹੈ ਜਿਹੜੇ ਲੋਕ ਇਹ ਕੰਮ ਨਹੀਂ ਕਰ ਰਹੇ। ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਐਡਾ ਅੱਛਾ ਪਲੇਟਫਾਰਮ ਅਸੀਂ ਤਾਂ ਨਹੀਂ ਕਿ ਮੇਰਾ ਸ਼ੋਰੂਮ ਹੈ ਤੇ ਮੈਂ ਕਹਿ ਰਿਹਾ ਆਪਣੇ ਸ਼ੋਰੂਮ ਦੀ ਤਾਰੀਫ ਕਰ ਰਿਹਾ। ਮੇਰੀ ਇੱਕ ਆਦਤ ਹੈ, ਮੈਂ ਸੱਚ ਬੋਲਣਾ, ਮੈਂ ਝੂਠ ਕਦੀ ਨਹੀਂ ਬੋਲਿਆ, ਨਾ ਮੈਨੂੰ ਕੋਈ ਜ਼ਰੂਰਤ ਹੈ ਝੂਠ ਬੋਲਣ ਦੀ। ਇਹ ਜਿਹੜਾ ਪਲੇਟਫਾਰਮ ਹੈ ਡੋਗਰ ਮੋਟਰ, ਇੱਥੇ ਬੜਾ ਹੀ ਆਸਾਨ ਕਰ ਦਿੱਤਾ ਮੈਂ ਗੱਡੀ ਲੈਣੀ ਔਰ ਵੇਚਣੀ, ਬਹੁਤ ਹੀ ਆਸਾਨ ਕਰਤਾ ਹੈ। लेकिन ਜਿਹਦੇ ਕੋ ਤੁਸੀਂ ਲੈਂਦੇ ਹੋ ਉਹਦੇ ਤੁਸੀਂ ਸਸਤੀ ਲੈਂਦੇ ਹੋ, ਫਿਰ ਉਹ ਤਾਂ ਵਿਚਾਰਾ ਡੁੱਬ ਗਿਆ ਜਿਹੜਾ ਵੇਚਣ ਜਾਏ ਉੱਥੇ। ਸਾਰਾ ਉਹ ਨਾ ਆਵੇ ਸਾਡੇ ਕੋਲ, ਉਹ ਕਿਤੇ ਹੋਰ ਤੇ ਜਾ ਕੇ ਵੇਚ ਲਵੇ।
ਉਹਦੀ ਮਜਬੂਰੀ ਹੈ, ਬਾਹਰ ਵਿਕਦੀ ਨਹੀਂ, ਇੱਥੇ ਵਿਕ ਜਾਂਦੀ ਹੈ। ਅਸੀਂ ਕਹਿੰਦੇ ਹਾਂ ਲੱਖ ਰੁਪਏ ਅਸੀਂ ਸਸਤੀ ਗੱਡੀ ਵੇਚਦੇ ਹਾਂ, ਨਾ ਆਉਣ ਸਾਡੇ ਕੋਲ। ਸਰ ਜਦੋਂ ਬਾਹਰ ਵਿਕਣੀ ਕੋਈ ਨਹੀਂ, ਤੁਸੀਂ ਸਾਡੇ ਕੋਲ ਹੀ ਆਉਣਾ। ਅਸੀਂ ਆਪਣੇ ਕਸਟਮਰ ਨੂੰ ਉਹੀ ਸਸਤੀ ਗੱਡੀ ਦੇ ਦਿੰਦੇ ਹਾਂ ਲੈ ਕੇ। ਸਾਡਾ ਕਸਟਮਰ ਕੀ ਕਰਦਾ ਹੈ, ਅਸੀਂ ਕੀ ਕੀਤਾ ਹੈ ਕਿ ਜਿਹੜੇ ਘਰਾਂ 'ਚ ਰੱਖਣ ਵਾਲੇ ਗੱਡੀਆਂ ਨੇ ਨਾ, ਉਹਨਾਂ ਨੂੰ ਵੀ ਡੀਲਰ ਬਣਾ ਦਿੱਤਾ, ਉਹਨਾਂ ਦਾ ਵੀ ਕਿਚਨ ਚਲਾ ਦਿੱਤਾ। ਉਹ ਸਾਨੂੰ ਕੀ ਕਰਦੇ ਨੇ, 15,000 ਕਮਿਸ਼ਨ ਦਿੰਦੇ ਨੇ, ਸਾਡੇ ਕੋਲ ਗੱਡੀ ਖਰੀਦਦੇ ਨੇ, ਇੰਸਪੈਕਸ਼ਨ ਕਰਵਾਉਂਦੇ ਨੇ, ਇੰਸਪੈਕਸ਼ਨ ਰਿਪੋਰਟ ਨਾਲ ਲਾਉਂਦੇ ਨੇ, ਲੈ ਕੇ ਆਪਣੇ ਘਰ ਚਲੇ ਜਾਂਦੇ ਨੇ, ਸਾਡੇ ਕੋਲ ਵੀਡੀਓ ਬਣਵਾ ਕੇ ਘਰ ਲੈ ਜਾਂਦੇ ਨੇ। ਆਪਣੀ ਬੈਟਰੀ ਸਿਰਫ ਜਾ ਕੇ ਚਾਰਜ ਰੱਖਣ ਤੇ ਫੋਨ ਸੁਣੀ ਜਾਣ, ਬਸ ਘਰੇ ਹੀ ਕਸਟਮਰ ਆਏਗਾ, ਗੱਡੀ ਲੈ ਕੇ ਤੇ ਚਲਾ ਜਾਏਗਾ। ਸਾਡਾ ਇਹ ਤਰੀਕਾਕਾਰ ਹੈ। ਔਰ ਮਾਸ਼ਾਅੱਲਾ ਇਹਦੀ ਵਜ੍ਹਾ ਤੋਂ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਰੋਜ਼ਗਾਰ ਚੱਲਦਾ ਪਿਆ ਇਸੇ ਤਰ੍ਹਾਂ। ਮਾਸ਼ਾਅੱਲਾ ਬੜੇ ਲੋਕ ਨੇ ਜਿਹੜੇ ਸਾਡੇ ਨਾਲ ਚੱਲ ਰਹੇ ਨੇ, ਔਰ ਗੱਡੀ ਸਾਡੇ ਕੋਲ ਲੈਂਦੇ ਨੇ, ਆ ਕੇ ਗੱਡੀ ਨੂੰ ਆਪਣਾ ਜਿਹੜਾ ਪੇਮੈਂਟ ਕਰਦੇ ਨੇ, ਔਰ ਸਾਡੇ ਕੋਲ ਵੀਡੀਓ ਬਣਵਾਉਂਦੇ ਨੇ, ਗੱਡੀ ਦਾ ਰਿਵਿਊ ਬਣਵਾ ਲੈਂਦੇ ਨੇ, ਬਣਵਾ ਕੇ ਆਪਣੇ ਘਰ ਚਲੇ ਜਾਂਦੇ ਨੇ, ਜਾ ਕੇ ਗੱਡੀ ਸੇਲ ਕਰਦੇ ਨੇ। 40-50 ਹਜ਼ਾਰ ਰੁਪਇਆ ਗੱਡੀ 'ਚ ਲੱਭ ਜਾਂਦਾ ਉਹਨਾਂ ਨੂੰ। ਡਾਕਟਰ ਸਾਹਿਬ ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ ਹੈ ਤਕਰੀਬਨ 82 ਦੀ ਪੈਦਾਇਸ਼ ਹੈ ਮੇਰੀ, 41-42 ਸਾਲ ਤੇ ਹੈ। 41-42 ਸਾਲ। 41-42 ਸਾਲ ਵਿੱਚ ਤੁਸੀਂ ਮਾਸ਼ਾਅੱਲਾ ਹੁਣ ਇੱਕ ਸਟਾਰ ਔਰ ਇੱਕ ਕਾਮਯਾਬ ਬਿਜ਼ਨਸਮੈਨ ਹੋ, ਅਲਹਮਦੁਲਿਲਾ। ਕਾਮਯਾਬੀ ਦਾ ਰਾਜ਼ ਕੀ ਹੈ ਅਗਰ ਮੈਂ ਤੁਹਾਨੂੰ ਪੁੱਛਾਂ? ਕੋਈ ਇੱਕ ਲਾਈਨ, ਦੋ ਲਾਈਨਾਂ, ਕੀ ਕਾਮਯਾਬੀ ਹੈ ਤੁਹਾਡੀ? ਕਾਮਯਾਬੀ ਇਹ ਹੈ ਕਿ ਮੈਂ ਇੱਕ ਤੇ ਆਸਾਨੀਆਂ ਪੈਦਾ ਕਰਨਾ ਲੋਕਾਂ ਵਾਸਤੇ, ਤੇ ਵੈਸੇ ਵੀ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦਾ ਇਹ ਇਰਸ਼ਾਦ ਹੈ ਕਿ ਫਰਮਾਨ ਹੈ ਕਿ ਤੁਸੀਂ ਆਸਾਨੀਆਂ ਪੈਦਾ ਕਰੋ ਲੋਕਾਂ ਵਾਸਤੇ, ਅੱਲਾਹ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇਗਾ। ਅਸੀਂ ਉਹਦੇ ਤੇ ਚੱਲਨੇ ਪਏ ਹਾਂ, ਔਰ ਅਸੀਂ ਮੁਸਲਮਾਨ ਹਾਂ। ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦੇ ਅਸੀਂ ਸਾਡੇ ਰਾਇਲ ਮਾਡਲ ਨੇ, ਔਰ ਉਹਨਾਂ ਨੇ ਲੋਕਾਂ ਵਾਸਤੇ ਆਸਾਨੀਆਂ ਪੈਦਾ ਕੀਤੀਆਂ ਨੇ, ਤੇ ਅੱਜ ਉਹਨਾਂ ਦਾ ਨਾਮ ਹੈਗਾ ਤੇ ਰਹਿੰਦੀ ਦੁਨੀਆ ਤੱਕ ਰਹਿਣਾ। ਅਸੀਂ ਉਹਨਾਂ ਦੇ ਉਮਤੀ ਹਾਂ, ਸਾਡਾ ਕੰਮ ਹੈ, ਅਸੀਂ ਮੁਸਲਮਾਨ ਹਾਂ, ਅਸੀਂ ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰੀਏ। ਸਾਡਾ ਇਹ ਕੰਮ ਨਹੀਂ ਕਿ ਅਸੀਂ ਲੋਕਾਂ ਵਾਸਤੇ ਮੁਸ਼ਕਲਾਂ ਖੜੀਆਂ ਕਰੀਏ। ਅਗਰ ਅਸੀਂ ਕਿਸੇ ਮੁਸਲਮਾਨ ਵਾਸਤੇ ਆਸਾਨੀ ਪੈਦਾ ਕਰਾਂਗੇ ਤੇ ਅੱਲਾਹ ਤਾਲਾ ਸਾਡੇ ਵਾਸਤੇ ਆਸਾਨੀ ਪੈਦਾ ਕਰੇਗਾ। ਬੇਸ਼ੱਕ। ਤੁਸੀਂ ਇਹ ਸੋਸ਼ਲ ਮੀਡੀਆ ਦੀ ਤਰਫ ਕਿਦੋਂ ਆਏ ਸੀ? ਮੈਂ ਸੋਸ਼ਲ ਮੀਡੀਆ ਦੀ ਤਰਫ ਆਇਆ 2022 ਚ। ਕਿਸ ਤਰ੍ਹਾਂ ਵੀਡੀਓ ਬਣਾਉਣ ਦਾ ਖਿਆਲ ਆਇਆ? ਇਹ ਇੱਕ ਬੰਦਾ ਨਾ ਮੇਰਾ ਦੋਸਤ ਹੈ, ਤੇ ਉਹਨੇ ਨਾ ਮੈਨੂੰ ਆ ਕੇ ਕਿਹਾ, ਅਜ਼ਹਰ ਮੱਲੀ ਸਾਹਿਬ ਮੇਰੇ ਦੋਸਤ ਨੇ ਨਸ਼ਹਿਰੇ ਵਿਰਕਾਂ ਤੋਂ। ਅੱਛਾ। ਮੈਨੂੰ ਕਹਿੰਦੇ ਯਾਰ ਤੇਰੀ ਨਾ ਡੋਗਰ ਤੂੰ ਜਿਸ ਤਰ੍ਹਾਂ ਨਾ ਕੰਮ ਕਰਨਾ ਨਾ ਗਰੁੱਪਾਂ ਦੇ ਵਿੱਚ, ਆਪਣਾ ਜਿਹੜੀ WhatsApp ਤੇ ਮੈਂ ਵੀਡੀਓ ਬਣਾ, ਪਹਿਲੇ ਵੀਡੀਓ ਮੈਂ ਪਹਿਲੇ ਹੀ ਬਣਾਉਂਦਾ ਸੀ। ठीक है, वीडियो का काम चल रहा था पहले। ਮੈਂ ਨਾ ਸ਼ੁਰੂ ਤੋਂ ਮੇਰੀ ਇੱਕ ਆਦਤ, ਮੈਂ ਲਾਲਚ ਨਹੀਂ ਕਰੀ ਰੱਖਿਆ ਆਪਣਾ। ਮੇਰੀ ਇੱਕ ਆਦਤ ਸੀ ਕਿ ਮੈਂ ਨਾ ਲੋਕਾਂ ਨੂੰ ਨਾ ਨੰਬਰ ਨਾਲ ਡਾਇਰੈਕਟ ਮਾਲਕ ਦਾ ਦੇ ਦਿੰਦਾ ਹੁੰਦਾ ਸੀ। ਮੈਂ ਮਾਲਕ ਦਾ ਡਾਇਰੈਕਟ ਨੰਬਰ ਦੇ ਦਿੰਦਾ ਕਿ ਯਾਰ ਇਹ ਗੱਡੀ ਨਾ ਆਸਾਨੀ ਪੈਦਾ ਕਰਨੀ ਨਾ ਅਗਲੇ ਵਾਸਤੇ, ਇਹ ਆਸਾਨੀ ਹੈ। ਆਪਣਾ ਲਾਲਚ ਨਹੀਂ ਰੱਖਣਾ ਕਿ ਯਾਰ ਇਹ ਡਾਇਰੈਕਟ ਵਿਕ ਜਾਏਗੀ ਗੱਡੀ, ਮੈਨੂੰ ਤਾਂ ਕਮਿਸ਼ਨ ਨਹੀਂ ਆਏਗਾ। ਚਲੋ ਉਹਦੀ ਵਿਕ ਜਾਏਗੀ, ਉਹਦੇ ਲਈ ਤੇ ਆਸਾਨੀ ਹੋ ਗਈ ਨਾ, आसानी हो जाएगी। ਇਹ ਜ਼ਰੂਰੀ ਤੇ ਨਹੀਂ ਕਿ ਮੈਂ ਲੋਕਾਂ ਦੇ ਫਾਇਦੇ ਕੀਤੇ, ਮੇਰਾ ਫਾਇਦਾ ਅੱਲਾ ਨੇ ਕੀਤਾ। ਤੁਸੀਂ WhatsApp 'ਚ ਵੀਡੀਓ ਸੁੱਟਦੇ ਸੀ? ਮੈਂ ਵੀਡੀਓ ਸੁੱਟਦਾ ਸੀ ਕਿ ਸਰ ਇਹ ਗੱਡੀ ਹੈ 2018 ਮਾਡਲ GLI, ਇਹਦੀ ਇਹ ਕੰਡੀਸ਼ਨ ਹੈ, ਗੱਡੀ ਮੈਂ ਵੇਖ ਲਈ ਹੈ, ਪੂਰੀ ਤਸੱਲੀ ਕਰ ਲਈ ਹੈ, ਮੈਂ ਇਹਨੂੰ 27 ਲੱਖ ਲਾ ਦਿੱਤਾ, ਲੇਕਿਨ ਇਹ ਭਾਈ ਹਰੀ ਕਹਿ ਰਹੇ ਨੇ ਮੈਂ 28 ਲੱਖ ਤੋਂ ਥੱਲੇ ਨਹੀਂ ਦੇਣੀ। ਮੇਰੀ ਸਮਝ 'ਚ ਨਹੀਂ ਆ ਰਹੀ, ਤੇ ਮੈਂ ਇਸ ਲਈ ਫਲਾਣੀ ਜਗ੍ਹਾ ਤੇ ਆਇਆ ਸਾਂ ਇਸ ਗੱਡੀ ਨੂੰ ਵੇਖਣ, ਲੇਕਿਨ ਮੇਰੀ ਸਮਝ 'ਚ ਨਹੀਂ ਆ ਰਹੀ, ਮੈਨੂੰ ਪਸੰਦ ਆ ਗਈ ਗੱਡੀ, ਲੇਕਿਨ ਮੇਰਾ ਰੇਟ ਨਹੀਂ ਬਣ ਰਿਹਾ। ਗੱਡੀ 28 ਲੱਖ ਦੀ ਹੈ ਭਾਈ ਹਰਾਂ ਦੀ, ਲੇਕਿਨ ਮੈਂ 27 ਲੱਖ ਰੁਪਇਆ ਲਾਵਾਂਗਾ, ਅਗਰ ਮੈਨੂੰ ਲੱਖ ਰੁਪਇਆ ਬਚੇਗਾ ਤਾਂ ਮੈਨੂੰ ਖਰੀਦਾਂਗਾ, ਨਹੀਂ ਤੇ ਮੈਨੂੰ ਨਹੀਂ ਖਰੀਦਾਂਗਾ। ਤੇ ਯਾਰ ਅਗਰ ਕਿਸੇ ਨੂੰ ਗੱਡੀ ਚਾਹੀਦੀ ਹੈ ਤੇ ਇਹਨਾਂ ਦੀ ਚਲੋ ਆਸਾਨੀ ਹੋ ਜਾਏਗੀ ਇਹਨਾਂ ਵਾਸਤੇ, ਰਾਬਤਾ ਕਰ ਲੈਣਾ, ਇਹਨਾਂ ਨਾਲ ਇਹ ਰਾਬਤਾ ਨੰਬਰ ਹੈ, ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਕੋਲ ਗੱਡੀ ਖਰੀਦ ਲਓ, ਗੱਡੀ ਅੱਛੀ ਹੈ। ਇਹ ਨਾ ਮੇਰੀ ਆਦਤ ਸੀ, ਇਸ ਆਦਤ ਦੀ ਵਜ੍ਹਾ ਤੋਂ ਉਹ ਮੈਂ ਲੋਕਾਂ ਦੇ ਨੰਬਰ ਦੇਣੇ ਸ਼ੁਰੂ ਕਰਤੇ। ਲੋਕਾਂ ਨੇ ਕਿਹਾ ਕਿ ਯਾਰ ਇਹ ਤੇ ਬੰਦਾ ਹੀ ਬਹੁਤ ਅੱਛਾ ਹੈ, ਇਹ ਤੇ ਉਹ ਬੰਦਾ ਹੈ, ਇਹ ਲਾਲਚ ਰੱਖਦਾ ਹੀ ਨਹੀਂ, ਇਹ ਤਾਂ ਲੋਕਾਂ ਦੇ ਨੰਬਰ ਦੇ ਦਿੰਦਾ ਡਾਇਰੈਕਟ। ਨਹੀਂ ਤੇ ਸਾਡੇ ਡੀਲਰ ਕੀ ਕਰਦੇ ਨੇ, ਗੱਡੀ ਹੁੰਦੀ ਹੈ ਸ਼ੇਖੂਪੁਰੇ ਖੜੀ, ਤੇ ਕਜ਼ਨ ਕਹਿਣ ਡਿਆ ਹੁੰਦਾ ਮੈਂ ਗੱਡੀ ਲੈਣੀ ਹੈ, ਤੇ ਕਜ਼ਨ ਆਪਣੇ ਨੂੰ ਕਹਿਣ ਡੇ ਹੁੰਦੇ ਨੇ ਗੱਡੀ ਤੇ ਫੈਸਲਾਬਾਦ ਹੈ। ਉਹ ਕਹੇਗਾ ਯਾਰ ਨਹੀਂ ਇਹ ਤੇ ਸ਼ੇਖੂਪੁਰੇ ਫਲਾਣੀ ਜਗ੍ਹਾ, ਸਗੇ ਰਿਸ਼ਤੇਦਾਰ ਨਾਲ ਧੋਖਾ ਹੋ ਰਿਹਾ। ਝੂਠ ਬੋਲਦੇ ਨੇ, ਗਲਤ ਬਿਆਨੀ ਕਰਦੇ ਨੇ, ਅਸੀਂ ਗਲਤ ਬਿਆਨੀ ਨਹੀਂ ਕਰਦੇ। ਫਿਰ ਉਹ ਵੀਡੀਓ ਦਾ ਖਿਆਲ ਤੁਸੀਂ ਮੱਲੀ ਸਾਹਿਬ ਦੀ ਸਟੋਰੀ, ਮੱਲੀ ਸਾਹਿਬ ਨੇ ਮੈਨੂੰ ਕਿਹਾ ਯਾਰ, ਮੈਂ ਕਹਿੰਦਾ ਯਾਰ ਤੂੰ ਜਿਸ ਤਰ੍ਹਾਂ ਇਹ ਵੀਡੀਓ ਲਾਉਣਾ ਇਹਦੇ ਤੇ WhatsApp ਤੇ, ਇਹੀ ਵੀਡੀਓ ਤੂੰ ਅਗਰ ਲਾਏ ਨਾ ਇਹਦੇ ਤੇ TikTok ਤੇ ਬੜੀ ਵਾਇਰਲ ਹੋਵੇ। ਮੈਂ ਯਾਰ ਮੈਨੂੰ TikTok ਚਲਾਉਣਾ ਹੀ ਨਹੀਂ ਆਉਂਦਾ। ਕਹਿੰਦਾ ਇਹ ਕਿਹੜਾ ਕੰਮ ਹੈ। ਉਹਨੇ ਪਹਿਲੇ ਦਿਨ ਨਾ ਮੈਨੂੰ TikTok ID ਬਣਾ ਕੇ ਦਿੱਤੀ, ਔਰ TikTok ਤੇ ਨਾ ਵੀਡੀਓ ਵੀ ਉਹਨੇ ਆਖਿਆ ਇੱਕ ਵੀਡੀਓ ਬਣਾ ਕੇ ਹੁਣ ਲਿਆ ਸਾਰੇ ਸਟਾਕ ਦੀ। ਮੈਂ ਸਾਰੇ ਸਟਾਕ ਦੀ ਵੀਡੀਓ ਬਣਾ ਕੇ ਮੈਂ ਉਹਨੂੰ ਦਿੱਤੀ, ਉਹਨੇ ਉਹ ਅਪਲੋਡ ਕਰ ਦਿੱਤੀ। ਉਹ ਜਦੋਂ ਅਪਲੋਡ ਕਰ ਦਿੱਤੀ ਤੇ ਸ਼ਾਮ ਨੂੰ ਨਾ ਉਹ ਫਾਰੀ ਉਹਦੇ ਚਲੀ ਗਈ ਪਹਿਲੀ ਵੀਡੀਓ,
ਵਾਹ ਸ਼ਾਮ ਨੂੰ ਮੈਨੂੰ ਕਹਿੰਦਾ ਕਿ ਮੇਰੇ ਭਾਈ ਦਾ ਫੋਨ ਆਇਆ, ਛੋਟੇ ਦਾ, ਅਵੈਸ ਦਾ। ਮੈਨੂੰ ਕਹਿੰਦਾ ਭਾਈ ਤੁਹਾਡੀ ਵੀਡੀਓ ਫਾਰ ਯੂ ਤੇ ਚੱਲ ਰਹੀ। ਮੈਂ ਕਿਹੜੀ? ਕਹਿੰਦਾ ਤੁਸੀਂ ਸਵੇਰੇ ਵੀਡੀਓ ਲਾਈ ਹੈ ਗੱਡੀਆਂ ਦੀ, ਤੇ ਫਾਰ ਯੂ ਤੇ ਚੱਲਦੀ ਪਈ। ਮੈਂ ਕਿਹਾ ਫਾਰ ਯੂ ਕੀ ਹੁੰਦਾ ਹੈ? ਮੈਨੂੰ ਤਾਂ ਪਤਾ ਨਹੀਂ ਸੀ ਫਾਰ ਯੂ ਕੀ। ਮੈਂ ਕਿਹਾ ਫਾਰ ਯੂ ਕੀ ਹੁੰਦਾ? ਕਹਿੰਦਾ ਭਾਈ ਜਿਹੜਾ ਬੰਦਾ ਸਟਾਰ ਹੁੰਦਾ ਹੈ ਨਾ, ਉਹ ਫਾਰ ਯੂ ਤੇ ਚੱਲਦਾ। ਵਾਇਰਲ ਜੀ ਦੀ ਵਾਇਰਲ ਹੋ ਗਈ ਤੁਹਾਡੀ ਵੀਡੀਓ। ਮੈਂ ਕਿਹਾ ਅੱਛਾ। ਉਹ ਥੋੜੀ ਦੇਰ ਬਾਅਦ ਅਜ਼ਰ ਮੱਲੀ ਦਾ ਫੋਨ ਆ ਗਿਆ, ਕਹਿੰਦਾ ਡੋਗਰ ਸਾਹਿਬ ਮੁਬਾਰਕ ਹੋਏ। ਮੈਂ ਕੀ ਹੋਇਆ? ਤੁਸੀਂ ਫਾਰ ਯੂ ਤੇ ਜਾ ਰਹੇ ਹੋ? ਮੈਂ ਕਿਹਾ ਫਾਰ ਯੂ ਯਾਰ, ਫਾਰ ਯੂ ਹੋਣੀ ਚਾਹੀਦੀ, ਕਦੀ ਕੋਈ ਫੋਨ ਕਰ ਦੇਵੇ, ਕਦੀ ਕੋਈ, ਤੁਸੀਂ ਇਹਦੇ ਨਾਲ ਫਾਰ ਯੂ ਤੇ ਜਾ ਰਹੇ ਹੋ। ਮੈਂ ਕਿਹਾ ਅੱਛਾ ਜੀ। ਮੈਂ ਵੀ ਨਾ ਫਿਰ ਪਹਿਲੇ ਤਾਂ ਨਾਚ ਗਾਣਾ ਹੀ ਹੁੰਦਾ ਸੀ ਇਹ ਟਿਕਟੋਕ ਤੇ ਬਿਲਕੁਲ। ਇਹ ਤੇ ਮੈਂ ਐਸਾ ਇਹਨੂੰ ਲਾਇਆ ਨਹੀਂ, ਇਹ ਮੈਂ 19 ਦੇ ਵਿੱਚ ਟਿਕਟੋਕ ਤੇ ਆਇਆ, 2019 ਚ ਆਇਆ, 22 ਚ ਮੈਂ ਆਕਸ਼ਨ ਸ਼ੁਰੂ ਕੀਤੀ। ਸਮਝ ਗਿਆ, ਠੀਕ ਹੈ। ਪਹਿਲੀ ਵੀਡੀਓ ਤੁਹਾਡੀ 19 ਚ ਆਈ। 19 ਦੇ ਵਿੱਚ ਜਦੋਂ ਕਰੋਨਾ ਦਾ ਦੌਰ ਸੀ ਨਾ, ਉਦੋਂ ਮੈਂ ਲਾਈ ਸੀ। ਕਰੋਨਾ 19 ਚ ਆਇਆ ਸੀ ਨਾ। ਹਾਂਜੀ, 19 ਚ। ਹੁਣ ਮੈਨੂੰ ਕਹਿੰਦਾ ਤੁਹਾਡੀ ਫਾਰ ਯੂ ਤੇ ਜਾ ਰਹੀ। ਮੈਂ ਕਿਹਾ ਅੱਛਾ ਯਾਰ, ਫਾਰ ਯੂ ਲੈ ਗਿਆ ਸਾਨੂੰ ਤਾਂ ਸ਼ਾਮ ਨੂੰ ਹਰ ਬੰਦਾ ਕਹਿੰਦਾ ਫਾਰ ਯੂ। ਮੈਂ ਫਿਰ ਇੱਕ ਸਵੇਰੇ ਹੋਰ ਲਾਤੀ, ਉਹ ਵੀ ਸਿੱਧੀ ਫਾਰ ਯੂ ਤੇ। ਵੈਰੀ ਗੁੱਡ। ਉਹ ਜਿਹੜੀ ਵੀਡੀਓ ਲਾਵਾਂ ਉਹ ਫਾਰ ਯੂ ਤੇ, ਉਹ ਹੀ ਨਾ ਮੈਂ ਵਾਇਰਲ ਹੋ ਗਿਆ। ਉਹ ਮਾਸ਼ਾਅੱਲਾ ਅੱਜ ਗੱਲਾਂ ਹੀ ਹੋਰ ਨੇ, ਪੂਰੀ ਦੁਨੀਆ ਮਾਸ਼ਾਅੱਲਾ। ਤੁਹਾਨੂੰ ਹੁਣ ਕਿੰਨੇ ਤੁਹਾਡੇ ਫਾਲੋਅਰ ਨੇ ਟਿਕਟੋਕ ਤੇ ਜਾਂ ਫੇਸਬੁੱਕ ਤੇ? ਤਕਰੀਬਨ ਮੇਰੇ ਫਾਲੋਅਰ ਹੈ ਨੇ, ਮੇਰੇ ਨਾ ਟਿਕਟੋਕ ਅਕਾਊਂਟ ਨੇ ਤਕਰੀਬਨ 140 ਟਿਕਟੋਕ ਅਕਾਊਂਟ। 140 ਤੁਹਾਡੇ ਅਕਾਊਂਟ ਨੇ? ਮੇਰੇ 140 ਟਿਕਟੋਕ ਅਕਾਊਂਟ ਨੇ। ਵੈਰੀ ਟੋਟਲ ਮੇਰੇ ਤਕਰੀਬਨ ਬਣਦੇ ਨੇ, ਅਗਰ ਸਾਰਿਆਂ ਨੂੰ ਇਕੱਠਾ ਕੀਤਾ ਜਾਏ ਨਾ, ਤਕਰੀਬਨ 3.5 ਲੱਖ ਹਰ ਮੁੰਡੇ ਦੇ ਫਾਲੋਅਰ ਹੈ ਨੇ। ਮੇਰੇ ਮੇਰੀ ਟੀਮ ਹੈ ਨਾ, ਜਿਹੜੀ ਸ਼ੋਰੂਮ ਤੇ ਮੇਰੇ ਪਾਰਟਨਰ ਨੇ ਨਾ, ਜਿਹੜੇ ਮੈਂ 125 ਪਾਰਟਨਰ, 140 ਪਾਰਟਨਰ ਵੀ ਨੇ ਮੇਰੇ। ਵੈਰੀ ਗੁੱਡ। ਇਹ ਮੇਰੀ ਜਿਹੜੀ ਟੀਮ ਹੈ ਨਾ, ਇਹੀ ਮੇਰੇ ਪਾਰਟਨਰ ਨੇ। ਇਹ ਜਿਹੜੇ ਲੋਕ ਗੱਡੀਆਂ ਵੇਚਦੇ ਨੇ ਮੇਰੇ ਸ਼ੋਰੂਮ ਤੇ, ਇਹ ਮੈਨੂੰ ਰੈਂਟ ਦਿੰਦੇ ਨੇ ਮਹੀਨੇ ਦਾ 25,000 ਰੁਪਇਆ। ਇਹ ਮੇਰੇ ਪਾर्टनर भी ने, मेरे पुत्र भी ने, मेरे भरा भी ने, मेरी सोशल मीडिया की भी टीम यही है। फैमिली सारी आपने उसको बनाया? सारी, हाँ जी। उन्होंने 140 अकाउंट इन्हां दे ने। इन्होंने जड़ी इन्होंने वीडियो हर बंदे का डोगर मोटर का अकाउंट है। वेरी गुड। और इन्होंने या वीडियो अपलोड करनी तो सीधी फॉर यू ते। डोगर साहब, अभी जब हम चाय पी रहे थे पहले, ते ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਕਿਸਮਤ ਹੈ, ਤੁਹਾਡਾ ਜਿਹੜਾ ਮੁਕੱਦਰ ਹੈ, ਉਹਦੇ 'ਚ ਤੁਹਾਡੀ ਬੇਟੀਆਂ ਦਾ ਬੜਾ ਕਿਰਦਾਰ ਹੈ। ਕਿੰਨੀਆਂ ਬੇਟੀਆਂ ਨੇ? ਮੇਰੀਆਂ 5 ਬੇਟੀਆਂ ਨੇ ਮਾਸ਼ਾਅੱਲਾ। ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਲੋਕ, ਤੇ ਮਾਜ਼ਰਤ ਦੇ ਨਾਲ ਮੈਂ ਕਹਿਣਾ ਨਹੀਂ ਚਾਹੁੰਦਾ, ਲੇਕਿਨ ਸਾਡੇ ਰਿਵਾਜ ਹੈ ਪਿੰਡਾਂ ਥਾਵਾਂ 'ਚ ਜਾਂ ਬਰੇ ਸਗੀਰੇ 'ਚ ਕਿ ਲੋਕ ਬਹੁਤ ਜ਼ਿਆਦਾ ਕੋਈ ਬਹੁਤ ਖੁਸ਼ੀ ਨਹੀਂ ਕਰਦੇ ਬੇਟੀ ਪੈਦਾ ਹੋਣ ਤੇ। ਅੱਜ ਦੀ ਗੱਲ ਤੁਹਾਨੂੰ ਦੱਸਾਂ, ਅੱਜ ਹੁਣ ਮੈਂ ਜਦੋਂ ਤੁਹਾਡੇ ਕੋਲ ਆਇਆ, ਮੇਰੀ ਫੁੱਫੋ ਦਾ ਫੋਨ ਆਇਆ। ਮੇਰੀ ਫੁੱਫੋ ਨੂੰ ਨਾ ਦਿਲ ਦਾ ਅਟੈਕ ਹੋਇਆ 3 ਦਿਨ ਪਹਿਲੇ। ਉਹ ਅੱਛਾ। ਤੇ ਮੇਰੀ ਵਾਲਦਾ ਤੇ ਮੇਰੇ ਸਿਸਟਰਾਂ ਤੇ ਮੇਰੇ ਭਾਈ ਸਾਰੇ ਉੱਥੇ ਗਏ ਨੇ ਪਿੰਡ ਇਸ ਟਾਈਮ ਨੇ ਉਹਦਾ ਪਤਾ ਲੈਣ ਵਾਸਤੇ। ਤੇ ਮੇਰੀ ਫੁੱਫੋ ਨਾ ਮੇਰੀ ਬੇਗਮ ਨੂੰ ਫੋਨ ਕਰਦੀ ਪਈ, ਤੇ ਮੈਂ ਉਹਦਾ ਨਮਾਜ਼ ਪੜ੍ਹ ਰਿਹਾ ਸੀ। ਨਮਾਜ਼ ਪੜ੍ਹ ਕੇ ਹਟਿਆ ਤਾਂ ਮੈਨੂੰ ਬੇਗਮ ਮੇਰੀ ਕਹਿੰਦੀ ਮੈਨੂੰ ਮੁਬਾਰਕ ਨਹੀਂ ਦਿੱਤੀ ਫੁੱਫੋ ਨੇ। ਤੇ ਕਹਿੰਦੀ ਹੈ ਕਿ ਫੋਨ ਕਰਕੇ ਕਹਿੰਦੀ ਹੈ ਚਲੋ ਕੋਈ ਨਹੀਂ ਪੁੱਤ, ਟੈਨਸ਼ਨ ਨਹੀਂ ਲੈਣੀ। ਤੇ ਕੋਈ ਨਹੀਂ ਗੱਲ। ਉਹਨੇ ਆਖਿਆ ਵੀ ਟੈਨਸ਼ਨ ਕਾਹਦੀ ਲੈਣੀ ਅਸੀਂ, ਉਹਨੇ ਵਿਦਾਇਸ਼ ਤੇ ਮੁਬਾਰਕ ਨਹੀਂ ਦਿੱਤੀ, ਅੱਗੋਂ ਤਸੱਲੀ ਦਿੱਤੀ ਹੈ। ਤਸੱਲੀ ਦਿੱਤੀ। ਵੇਖੋ ਇਹ ਬੜੀ ਗਲਤ ਹੈ। ਸਾਨੂੰ ਬੜਾ ਹੀ ਦੁੱਖ ਹੋਇਆ ਸੀ। ਜੈਨੂਨ ਗੱਲ, ਮੇਰਾ ਦਿਲ ਜਿਹੜਾ ਨਾ ਗੁੱਸਾ ਚੜਿਆ ਮੈਨੂੰ ਕਿ ਮੇਰੇ ਘਰ ਮੇਰੀ ਬੇਟੀ ਹੋਈ ਹੈ ਤੇ ਮੇਰੀ ਫੁੱਫਾ ਨੇ ਮੈਨੂੰ ਮੁਬਾਰਕ ਨਹੀਂ ਦਿੱਤੀ। ਉਲਟਾ ਮੈਨੂੰ ਮੇਰੀ ਬੇਗਮ ਨੂੰ ਕਹਿ ਰਹੀ ਹੈ ਕਿ ਉਹਨੂੰ ਦੁੱਖ ਇਹ ਨਾ, ਇਹ ਨਹੀਂ ਕਿ ਉਹਨੂੰ ਦੁੱਖ ਕੀਤਾ, ਉਹਨੂੰ ਵੈਸੇ ਇਹ ਹੈ ਕਿ ਪਰੇਸ਼ਾਨੀ ਸਮਝੀ ਨਾ, ਪਰੇਸ਼ਾਨੀ ਹੈ ਤੇ ਹਾਲਾਂਕਿ ਸਾਨੂੰ ਖੁਸ਼ੀ ਹੈ। ਮੈਂ ਆਪਣੀਆਂ ਧੀਆਂ ਨੂੰ ਵੇਖਾਂ ਨਾ, ਸਵੇਰੇ ਵੀ ਵੇਖ ਕੇ ਆਉਣਾ ਆਪਣੇ ਕੰਮ ਤੇ ਰਾਤ ਨੂੰ ਵੀ ਮੈਂ ਵੇਖ ਕੇ ਸੌਣਾ, ਚੁੰਮ ਕੇ ਸੌਣਾ। ਝੱਟ ਉਹਨੂੰ ਤਕਰੀਬਨ 5 ਮਿੰਟ ਮੈਂ ਚੋਲੀ 'ਚ ਬਿਠਾਉਣਾ। ਔਰ ਮੇਰਾ ਅੱਲਾ ਪਤਾ ਨਹੀਂ ਕਿੰਨਾ ਖੁਸ਼ ਹੁੰਦਾ ਇਸ ਚੀਜ਼ ਤੋਂ। माशाल्लाह जी, अल्लाह ताला आपको और ज्यादा इज्जत शोहरत और ਇਹ ਬੇਵਕੂਫੀ ਲੋਕਾਂ ਦੀ। ਕੱਲ ਇਹ 3-4 ਦਿਨ ਪਹਿਲੇ ਮੈਂ ਆਪਣੇ ਨਾਲ ਮੇਰੇ ਟੀਮ ਸੀ ਤੇ ਅਸੀਂ ਜਾ ਰਹੇ ਸਾਂ, ਤੇ ਇੱਕ ਆਂਟੀ ਨੇ ਨਾ ਰੋਕੀ ਗੱਡੀ, ਕਹਿੰਦੀ ਪਲੀਜ਼ 1 ਮਿੰਟ ਜ਼ਰਾ ਰੋਕ ਦੇ। ਲੋਕ ਮਗਰ ਲੱਗ ਜਾਂਦੇ ਨਾ, ਮੈਂ ਰੋਡ ਤੇ ਜਾ ਰਿਹਾ ਵਾਂ, ਤੇ ਕਹਿੰਦੀ ਪਲੀਜ਼ ਜ਼ਰਾ गाड़ी रोक लें कि डॉक्टर साहब मैं आपकी फ़ैन हूँ। मैं रोकी ਗੱਡੀ, ਤੇ ਕਹਿੰਦੀ डॉक्टर साहब मैं ना आपकी बहुत मशहूर हूँ। मैं कहा जी कम करें। कहती आपने ये जो वीडियो बनाई है ना बेटी के लिए, कहती मेरी 3 बेटियां ने, मेरा बंदा मैनू ना बहुत सुनांदा है गल्लां। हाँ बहुत गल्लां सुनांदा है। वो कहता तू दुआवां मंगनी तां बेटियां होंदियां। कहती एक दिन मैं कुरान जी पढ़दी पई ते कुरान जी उन्हें अगों
ਬੇਹੁਰਮਤੀ ਕੀਤੀ। ਕੁਰਾਨ ਮਜੀਦ ਨੂੰ ਉਠਾ ਕੇ ਮੇਰੇ ਕੋਲ ਉਹਨੇ ਕਿਹਾ ਤੂੰ ਦੁਆਵਾਂ ਮੰਗਣੀ, ਕੁਰਾਨ ਮਜੀਦ ਪੜ੍ਹ ਕੇ ਤੂੰ ਦੁਆਵਾਂ ਮੰਗਣੀ, ਬੇਟੀ ਹੋਵੇ ਮੈਂ ਤੈਨੂੰ ਕੁਰਾਨ ਮਜੀਦ ਨਹੀਂ ਪੜ੍ਹਨ ਦੇਣਾ। ਉਹਨੇ ਮੈਂ ਤੁਹਾਨੂੰ ਕੀ ਦੱਸਾਂ, ਆਂਦੀ ਜਿੱਦਾਂ ਦੀ ਤੁਹਾਡੀ ਵੀਡੀਓ ਵੇਖੀ ਤੂੰ ਨਾ ਉਦੋਂ ਦਾ ਉਹਨੇ ਕਿਹਾ ਵੀ ਇਹ ਇਸ ਬੰਦੇ ਨੂੰ ਤੇ ਬੇਟੀਆਂ ਦੀ ਵਜ੍ਹਾ ਤੂੰ ਉਹ ਇੰਨਾ ਖੁਸ਼ ਏ ਤੇ ਮੈਂ ਕਿੱਡਾ ਬਦਕਿਸਮਤ ਹਾਂ ਕਿ ਮੈਂ ਤੈਨੂੰ ਮਾਰਨਾ, ਮੈਂ ਕੁੱਟਣਾ, ਮੈਂ ਤੈਨੂੰ ਜ਼ਲੀਲ ਕਰਨਾ। ਕਿ ਮੁੰਡਾ ਨਹੀਂ ਹੁੰਦਾ। ਹਾਂਜੀ, ਹੁਣ ਉਹ ਆਂਦੀ ਵੀ ਮੈਂ ਤੇ ਉਦੋਂ ਦੀ ਸਕੂਨ ਚ ਹੋ ਗਈ ਜਿੱਦਾਂ ਦੀ ਤੁਸੀਂ ਇਹ ਵੀਡੀਓ ਤੁਹਾਡੀ ਵੇਖੀ ਮੇਰੇ ਬੰਦੇ ने। माशाल्लाह जी, अल्लाह ताला आपको और इसका बड़ा अजर अच्छा दे। मैसेज गया लोगों ने मेरी नहीं वो बहुत, और हाँ बड़ी मेरा ख्याल है लाखों करोड़ों लोगों ने वो हाँ वीडियो जी। देखी है। अल्लाह ताला आपको और इसका अजर दे। जी हाँ अगर एक बंदे को 30 लाख रुपया है, हाँ जी देखो आम बंदा अजकल जड़ा मिडल क्लास ਹੁੰਦਾ ਉਹ ਬੜੀ ਮੁਸ਼ਕਿਲ ਨਾਲ 30 ਲੱਖ ਰੁਪਇਆ ਇਕੱਠਾ ਕਰਦਾ ਹੈ। ਤੁਹਾਡਾ ਤਜਰਬਾ ਕੀ ਕਹਿੰਦਾ ਉਹਨੂੰ ਕਿਹੜੀ ਗੱਡੀ ਖਰੀਦਣੀ ਚਾਹੀਦੀ ਹੈ? ਛੋਟੀ ਗੱਡੀ ਜਾਂ ਵੱਡੀ ਗੱਡੀ? ਜ਼ਾਹਿਰ ਹੈ ਜੀ 30 ਚ ਤੇ ਛੋਟੀ ਮਿਲੇਗੀ, ਵੱਡੀ ਵੀ ਮਿਲ ਨਹੀਂ, ਜਾਂਦੀ ਵੱਡੀ ਹੈ। ਮਿਲ ਜਾਂਦੀ। ਅੱਛਾ, ਹਾਂਜੀ, ਦੱਸੋ ਕੀ ਆਪਸ਼ਨ ਹੈ, ਬਿਹਤਰ ਕੀ ਹੈ? ਛੋਟੀਆਂ ਗੱਡੀਆਂ 'ਚ ਮੈਂ ਕਹਾਂਗਾ 30 ਲੱਖ 'ਚ ਅਗਰ ਤੁਸੀਂ ਗੱਡੀ ਛੋਟੀ ਗੱਡੀ ਖਰੀਦਣੀ ਨਾ, ਕੋਈ ਵੀ ਐਨ ਵੈਗਨ ਖਰੀਦੋ ਜਾਪਾਨੀ। ਅੱਛਾ, ਹਾਂਜੀ, ਜਾਪਾਨੀ ਗੱਡੀ, ਕੋਈ ਵੀ ਗੱਡੀ ਖਰੀਦਣੀ ਹੈ ਕੋਸ਼ਿਸ਼ ਕਰੋ ਜਾਪਾਨੀ ਗੱਡੀ ਲਓ। ਜਾਪਾਨੀ ਗੱਡੀ ਦੇ ਫਾਇਦੇ ਬੜੇ ਨੇ। ਜਾਪਾਨੀ ਗੱਡੀ ਦੇ ਫਾਇਦੇ ਇਹ ਨੇ ਕਿ ਉਹਦਾ ਸਮਾਨ ਬਹੁਤ ਸਸਤਾ ਹੈ। ਅੱਛਾ, ਸਮਾਨ ਤੇ ਮਿਲਦਾ ਹੀ ਨਹੀਂ ਨਹੀਂ ਜੀ ਗੂਗਲ ਨਹੀਂ, ਸਾਹਿਬ ਉਹਦਾ ਹੀ ਤੇ ਮਿਲਦਾ ਹੈ, ਪਾਕਿਸਤਾਨੀ ਦਾ ਤੇ ਮਿਲਦਾ ਹੀ ਨਹੀਂ। ਅੱਛਾ ਇਹੀ ਤੇ ਅੱਜ ਤੱਕ ਕਿਸੇ ਨੇ ਸਮਝਾਇਆ ਹੀ ਨਹੀਂ ਸਾਡੀ ਆਵਾਮ ਨੂੰ। ਪਾਕਿਸਤਾਨੀ ਗੱਡੀ ਦਾ ਜਿਹੜਾ ਸਮਾਨ ਮਿਲਣਾ ਨਾ, ਚੋਰੀ ਦਾ ਮਿਲਣਾ ਤੁਹਾਨੂੰ। ਅੱਛਾ ਠੀਕ, ਚੋਰੀ ਦੀ ਗੱਡੀ ਮੈਂ ਹੋਏਗੀ ਨਾ। ਸਮਝ ਗਿਆ। ਤੇ ਜਿਹੜੀ ਜਾਪਾਨੀ ਗੱਡੀ ਦਾ ਸਮਾਨ ਉਹ ਤੇ ਬਲਾਲਗੰਜ ਭਰਿਆ ਪਿਆ ਹੈ। ਬਾਹਰੋਂ ਜਿਹੜਾ ਸਮਾਨ ਆਉਂਦਾ ਹੈ ਨਾ, ਬਲਾਲਗੰਜ ਤੁਸੀਂ ਜਾਓ, ਹਰ ਚੀਜ਼। ਅਸੀਂ ਪਾਕਿਸਤਾਨੀ ਦਾ ਅਗਰ ਇੰਜਨ ਫਲਾਪ ਹੋ ਜਾਂਦਾ, ਵੇਖੋ ਕਰੋਲਾ ਲਈ, ਕਰੋਲਾ ਦਾ ਇੰਜਨ ਫਲਾਪ ਹੋ ਗਿਆ, ਸੀਲ ਹੋ ਗਿਆ ਇੰਜਨ, ਕਿੱਥੋਂ ਲਓਗੇ ਇੰਜਨ? ਟੋਟਾ ਨੇ ਤਾਂ ਦੁਬਾਰਾ ਇੰਜਨ ਨਹੀਂ ਦੇਣਾ ਤੁਹਾਨੂੰ। ਪੁਰਾਣਾ ਇੰਜਨ ਕਿੱਥੋਂ ਲਵੋਗੇ? ਨਹੀਂ ਲੱਭੇਗਾ। ਟੋਟਾ ਦਾ ਲੈਣ ਜਾਓ ਨਾ ਜਰਮਨ ਇੰਜਨ, ਤੁਹਾਨੂੰ ਪਤਾ ਲੱਗ ਜਾਏਗਾ, ਹਾਂ ਕੀਮਤ ਹੀ ਬੜੀ ਹੋਗੀ। ਉਹ ਤੁਹਾਨੂੰ ਲੱਭੇਗਾ ਕਮ ਅਜ਼ ਕਮ। ਜੇ ਜਰਮਨ ਇੰਜਨ ਲਵੋ ਤਾਂ 3.5 ਤੋਂ 4 ਲੱਖ ਰੁਪਏ ਦਾ ਤਕਰੀਬਨ ਕਮ ਅਜ਼ ਕਮ ਮਿਲੇਗਾ, ਔਰ ਉਹ ਵੀ ਚੋਰੀ ਦੀ ਗੱਡੀ ਦਾ ਮਿਲੇਗਾ, ਜੈਨੂਇਨ ਨਹੀਂ ਮਿਲੇਗਾ। ਬਲਾਲਗੰਜ ਤੋਂ ਤੁਹਾਨੂੰ ਮਿਲੇਗਾ ਉਹੀ ਇੰਜਨ 70 ਤੋਂ 80 ਹਜ਼ਾਰ ਰੁਪਏ ਦਾ, ਜਾਪਾਨੀ ਗੱਡੀ ਦਾ। ਜਾਪਾਨੀ ਕਰੋਲਾ ਦਾ ਲੈ ਕੇ ਤੁਸੀਂ ਉਹਦੇ ਚ ਪਾਓਗੇ, ਜਾਪਾਨੀ ਦਾ ਲੈ ਕੇ ਪਾਓਗੇ, ਪਾਕਿਸਤਾਨੀ ਦਾ ਨਹੀਂ ਮਿਲਣਾ ਤੁਹਾਨੂੰ। ਠੀਕ ਹੈ, ਇੱਕ ਫਾਇਦਾ ਇਹ ਹੋ ਗਿਆ ਨਾ ਪਾਕਿਸਤਾਨੀ ਦਾ ਤੁਹਾਨੂੰ ਇਹ ਆਲਟੋ ਦਾ ਸਮਾਨ ਮਿਲਣਾ ਹੈ, ਨਾ ਤੁਹਾਨੂੰ ਵੈਗਨਾਰ ਦਾ ਮਿਲਣਾ ਹੈ। ਇਹ ਜਿੰਨੀਆਂ, ਇਹ ਸਿਰਫ ਅੱਜ ਤੱਕ ਕਿਸੇ ਨੇ ਦੱਸੀਆਂ ਨਹੀਂ ਇਹ ਗੱਲਾਂ। ਇਹ ਜਿਹੜੀ ਅਗਰ ਆਲਟੋ ਦਾ ਇੰਜਨ ਫਲਾਪ ਹੁੰਦਾ, ਉਹ ਤੁਹਾਨੂੰ ਜਾਪਾਨੀ ਦਾ ਹੀ ਪੈਣਾ। ਉਹਦੇ ਚ ਵੈਗਨਾਰ ਚ ਪੈਣਾ ਤੇ ਉਹ ਵੀ ਜਾਪਾਨੀ ਦਾ ਪੈਣਾ, ਕਲਟਸ ਪੈਣਾ ਤੇ ਜਾਪਾਨੀ ਦਾ ਹੀ ਪੈਣਾ। ਜਾਪਾਨੀ ਦਾ ਸਮਾਨ ਤੁਸੀਂ ਲੈ ਕੇ ਪਾ ਸਕਦੇ ਹੋ ਇਹਨੂੰ ਪਾਕਿਸਤਾਨੀ ਗੱਡੀ। ਅਗਰ ਪਾਕਿਸਤਾਨੀ ਦਾ ਪਾਣਾ ਤੇ ਉਹ ਇੰਜਨ ਤਾਂ ਤੁਹਾਨੂੰ ਨਹੀਂ ਮਿਲਣਾ, ਲੇਕਿਨ ਦੂਸਰਾ ਸਮਾਨ ਮਿਲ ਜਾਏਗਾ। ਉਹ ਲੋਕਾਂ ਨੇ ਅੱਜ ਕੱਲ ਘਰਾਂ ਦੇ ਵਿੱਚ ਡਾਈਆਂ ਲਾਈਆਂ ਹੋਈਆਂ ਨੇ, ਘਰਾਂ 'ਚ ਹੀ ਦਰਵਾਜ਼ੇ ਤਿਆਰ ਹੋ ਰਹੇ ਨੇ, ਘਰਾਂ 'ਚ ਹੀ ਲਾਈਟਾਂ ਤਿਆਰ ਹੋ ਰਹੀਆਂ ਨੇ, ਕਾਰਖਾਨੇ ਲਾਏ ਨੇ ਛੋਟੇ ਛੋਟੇ ਲੋਕਾਂ ਨੇ, ਉੱਥੇ ਤਿਆਰ ਹੋ ਰਹੇ ਨੇ ਸੁਜ਼ੂਕੀ ਦਾ ਸਮਾਨ, ਲੇਕਿਨ ਉਹਦੀ ਕੋਈ ਪਾਇਦਾਰੀ ਨਹੀਂ। ਠੀਕ ਹੈ, ਇੱਕ ਤੇ ਤੁਸੀਂ ਕਿਹਾ ਕਿ ਉਹ ਜਾਪਾਨੀ ਗੱਡੀ ਲਵੋ ਬਸ, ਸਮਾਨ ਮਿਲ ਜਾਏਗਾ ਜੀ ਬਿਲ ਅਵੇਲੇਬਲ ਦੀ ਜਿਹੜੀ ਨਾ। ਉਹ ਵੇਖੋ 45,000 ਰੁਪਏ ਦਾ ਇੰਜਨ ਹੈ। ਅਗਰ ਤੁਸੀਂ ਜਾਪਾਨੀ ਗੱਡੀ ਕਿਸੇ ਦਾ ਵੀ ਇੰਜਨ ਲੈਣਾ, 45 ਤੋਂ 60,000 ਰੁਪਏ ਦਾ ਇੰਜਨ ਹੈ। ਅਗਰ ਤੁਸੀਂ ਉਹੀ ਇੰਜਨ 650 ਸੀਸੀ, ਉਹੀ ਆਲਟੋ ਦਾ ਇੰਜਨ ਲੈਣ ਚੱਲ ਜਾਓ, ਤੁਹਾਨੂੰ ਲੱਭਣਾ 2.5-3 ਲੱਖ ਰੁਪਏ ਦਾ। ਇੰਨਾ ਫਰਕ ਹੈ। ਵੈਗਨਾਰ ਦਾ ਲੈਣ ਚਲੇ ਜਾਓ। ਅੱਛਾ, ਸਵਿਫਟ ਜਾਂ ਆਲਟੋ? ਸਵਿਫਟ ਜਿਹੜੀ ਹੈ ਨਾ, ਉਹ ਬਿਹਤਰ ਹੈ। ਅੱਛਾ, ਹਾਂਜੀ, ਹਰ ਲਿਹਾਜ਼ ਨਾਲ ਬਿਹਤਰ ਹੈ। 30 ਲੱਖ ਰੁਪਏ ਦੇ ਵਿੱਚ ਸਵਿਫਟ ਬਹੁਤ ਅੱਛੀ ਗੱਡੀ ਮਿਲ ਜਾਂਦੀ ਹੈ, 2021 ਮਾਡਲ ਦੀ, ਅੱਛਾ ਬਹੁਤ ਅੱਛੀ ਗੱਡੀ। ਆਲਟੋ ਨਾਲੋਂ 1000 ਦਰਜੇ ਚੰਗੀ, 1000 ਦਰਜੇ। ਆਲਟੋ ਨੂੰ ਸਿਰਫ ਲੋਕ ਲੈਂਦੇ ਨੇ ਖਰਚਾ ਘੱਟ ਕਰਕੇ, ਏਡਾ ਵੀ ਖਰਚਾ ਘੱਟ ਕੋਈ ਨਹੀਂ, ਅੱਛਾ ਏਡਾ ਵੀ ਖਰਚਾ ਘੱਟ ਕੋਈ ਨਹੀਂ। ਜਿਨ੍ਹਾਂ ਨੇ ਰੱਖੀਆਂ ਨਾ ਉਹਨਾਂ ਨੂੰ ਪੁੱਛੋ ਨਾ, ਜਿਹਨੇ ਰੱਖੀ ਨਹੀਂ ਹੁੰਦੀ ਉਹ ਕਹਿੰਦਾ ਬੜਾ ਖਰਚਾ ਘੱਟ। ਓਨਾ ਹੀ ਵੱਡੀ ਗੱਡੀ ਦਾ ਖਰਚਾ, ਓਨਾ ਹੀ ਛੋਟੀ ਦਾ। ਇਹ ਐਵੇਂ ਹੀ ਥੋੜਾ ਜਿਹਾ ਨਾ ਐਵੇਂ ਜ਼ਹਿਨ ਨੂੰ ਸਮਝਾਉਣ ਵਾਲੀ ਗੱਲ ਹੈ। ਉਹਨਾਂ ਮਜ਼ਾ ਵੀ ਤੇ ਜ਼ਿਆਦਾ ਨਾ। ਆਲਟੋ ਨੇ ਉਹ ਸਫ਼ਰ ਕਰਨਾ, ਹੁਣ ਤੁਸੀਂ ਆਲਟੋ ਨੂੰ ਇਸਲਾਮਾਬਾਦ ਨੂੰ ਪਾ ਦਿਓ, ਉਹਨੇ ਉਹ ਸਫ਼ਰ ਕਰਨਾ 6 ਘੰਟਿਆਂ 'ਚ ਤੁਹਾਨੂੰ ਇਸਲਾਮਾਬਾਦ ਲੈ ਜਾਣਾ। ਸਵਿਫਟ ਨੇ ਤੁਹਾਨੂੰ 4 ਘੰਟਿਆਂ ਇਸਲਾਮਾਬਾਦ ਲੈ ਜਾਣਾ, 2 ਘੰਟਿਆਂ ਦਾ ਫਰਕ ਪਾਉਣਾ। ਫਿਰ ਆਲਟੋ ਤੁਸੀਂ ਥੱਕ ਜਾਓਗੇ, ਥਕਾਵਟ ਬਹੁਤ ਹੋਏਗੀ। ਸਵਿਫਟ ਤੇ ਤੁਹਾਨੂੰ ਥਕਾਵਟ ਨਹੀਂ ਹੋਏਗੀ। ਅੱਛਾ, ਕਲਟਸ ਜਾਂ ਵੈਗਨਾਰ? ਕਲਟਸ ਠੀਕ ਹੈ, ਵੈਗਨਾਰ ਜ਼ਿਆਦਾ ਨਾਲੋਂ। ਬਿਹਤਰ ਗੱਡੀ। ਜੀ। ਅੱਛਾ, ਇਹ ਤੇ ਤੁਸੀਂ ਦੱਸਿਆ 30-35 ਲੱਖ ਚ। ਅਗਰ ਇੱਕ ਬੰਦੇ ਕੋਲ 60 ਲੱਖ ਹੈ, ਉਹ ਕਿਹੜੀ ਗੱਡੀ ਲੇ, ਬਿਹਤਰ ਕਿਹੜੀ ਹੈ ਉਹਦੇ ਵਾਸਤੇ? 60 ਲੱਖ 65 ਲੱਖ ਦੀ ਰੇਂਜ ਵਿੱਚ 60 ਲੱਖ ਰੁਪਏ ਦੇ ਵਿੱਚ ਅਲਟਸ ਲਵੋ, ਕਰੋਲਾ ਗ੍ਰੈਂਡੀ ਲਵੋ, ਅੱਛਾ, ਹਾਂਜੀ, ਜਾਂ ਹੋਂਡਾ ਸਿਵਿਕ ਲਵੋ। ਇਹ ਵੱਡੀਆਂ ਗੱਡੀਆਂ ਨਹੀਂ, ਪਾਕਿਸਤਾਨੀ ਗੱਡੀ ਐਸਯੂਵੀ? ਉਹ ਵੀ ਸਹੀ ਹੈ। CHR ਬਹੁਤ ਅੱਛੀ ਗੱਡੀ, ਜਾਪਾਨੀ ਗੱਡੀ। ਹੋਂਡਾ ਵਾਲਿਆਂ ਦੀ ਹੈ?
नहीं टोयोटा दी सी टोयोटा दी CHR बहुत अच्छी गड्डी, एवरेज बहुत अच्छी, अच्छा बहुत अच्छी गड्डी। अच्छा ਜਿਹੜੀ ਗੱਡੀ ਇਸ ਟਾਈਮ ਆ ਰਹੀਆਂ ਨੇ SUV ਮਾਰਕੀਟ ਵਿੱਚ ਕੀਆ ਸਪੋਰਟੇਜ ਹਾਂਜੀ ਹੈਵਲ ਔਰ BRV ਇਹਨਾਂ ਚ ਬਿਹਤਰ ਗੱਡੀ ਹੈਵਲ ਕਿਹੜੀ ਹੈ हैवल बहुत अच्छी गड्डी, ਕਿਉਂ हर लिहाज ना तगड़ी, मैं खुद रखी है। ਉਹਨੂੰ ਤੁਸੀਂ ਕੀਆ ਸਪੋਰਟੇਜ ਤੋਂ ਕਿਵੇਂ ਬਿਹਤਰ ਸਮਝਦੇ ਹੋ ਜਾਂ ਦੂਸਰੀਆਂ ਗੱਡੀਆਂ ਤੋਂ हर लिहाज ना बेहतर है, गड्डी दी ग्रेस वालों, गड्डी दी ड्राइव वालों, गड्डी दे फ्यूचर वालों, हर लिहाज ना बेहतर है हैवल, बहुत अच्छी गड्डी। ਅੱਛਾ ਡੋਗਰ ਸਾਹਿਬ ਇੱਕ ਹੋਰ ਗੱਲ ਦੱਸੋ ਕਿ ਇਹ ਡਾਲਾ ਲੋਕ ਖਰੀਦਦੇ ਨੇ 4x4 ਡਾਲੇ ਦਾ ਬੜਾ ਰਿਵਾਜ ਹੈ ਪਾਕਿਸਤਾਨ ਵਿੱਚ ਸੀਟਾਂ ਤੇ ਕੋਈ ਇੰਨੀਆਂ ਉਹਦੀਆਂ ਕੰਫਰਟੇਬਲ ਨਹੀਂ ਬੈਠਣ ਚ ਇੰਨਾ ਕੰਫਰਟੇਬਲ ਨਹੀਂ ਸ਼ੋਸ਼ਾਲ ਹੀ ਲੈਂਦੇ ਨੇ ਕਿ ਗੱਡੀ 'ਚ ਵੀ ਕੁਝ ਹੈ ਉਹਦੇ 'ਚ ਇਹ ਬੇਵਕੂਫੀ ਹੈ ਡਾਲਾ ਰੱਖਣਾ, ਘਰ ਵਾਸਤੇ ਨਹੀਂ ਰੱਖਣਾ ਚਾਹੀਦਾ। ਠੀਕ ਹੈ ਹਾਂਜੀ ਇਹ ਗਾਡਾਂ ਵਾਸਤੇ ਗੱਡੀਆਂ ਨੇ, ਗਾਡਾਂ ਵਗੈਰਾ ਵਾਸਤੇ ਜਾਂ ਲੋਡਰ ਗੱਡੀਆਂ ਨੇ, ਤੇ ਇੱਥੇ ਹੀ ਅਸੀਂ ਗਾਡਾਂ ਗੂਡਾਂ ਵਾਸਤੇ ਇਹਨੂੰ ਇਸਤੇਮਾਲ ਕਰ ਰਹੇ ਹਾਂ। ਇਹਦੇ ਵਿੱਚ ਫੈਮਿਲੀ ਨਾਲ ਬਿਠਾਉਣੀ ਤੋਂ ਉਂਝ ਬੇਵਕੂਫੀ, ਬੰਦਾ ਵੈਸੇ ਅਜੀਬ ਲੱਗਦਾ, ਬੁਰਾ ਲੱਗਦਾ ਬੰਦਾ। ਕਈ ਲੋਕਾਂ ਨੇ ਘਰਾਂ ਦੇ ਵਿੱਚ ਡਾਲੇ ਬੜੇ ਸ਼ੌਕ ਨਾਲ ਲੈਂਦੇ ਨੇ, ਲੇਕਿਨ ਮੇਰੇ ਕੋਲ ਡਾਲਾ ਹੈਗਾ, ਮੈਂ ਇਸਤੇਮਾਲ ਹੀ ਨਹੀਂ ਕਰਦਾ ਡਾਲੇ ਨੂੰ, ਮੈਂ ਅੱਜ ਤੱਕ ਡਾਲੇ 'ਚ ਬੈਠਾ ਹੀ। ਮੈਂ ਇੱਕ ਦਿਨ ਬੈਠਾ ਤੇ ਮੈਨੂੰ ਇੰਨੀ ਸ਼ਰਮ ਆਵੇ ਕਿ ਛੱਡੀ ਗੱਲ ਦੇ, ਮੇਰੇ ਬਹਿਨੋਈ ਸਨ ਤੇ ਉਹ ਅਸੀਂ ਗਣੀ ਸ਼ਨਵਾਰੀ ਤੇ ਨਾ ਜੋਹਰ ਟਾਊਨ ਖਾਣਾ ਖਾਣ ਜਾ ਰਹੇ ਸਾਂ, ਤੇ ਉਹਨਾਂ ਨੇ ਨਾ ਆਪਣਾ ਉਹ ਅੱਗੇ ਜਾ ਰਹੇ ਨੇ ਮੇਰੇ ਪਰਾਡੋ 'ਚ, ਤੇ ਮੈਂ ਕਿਹਾ ਚਲੋ ਮੈਂ ਡਾਲੇ 'ਚ ਬੈਠ ਜਾਂਦਾ। ਤੇ ਮੈਂ ਪਹਿਲੇ ਦਿਨ ਡਾਲੇ 'ਚ ਉਸ ਦਿਨ ਬੈਠਾ, ਤੇ ਮੈਨੂੰ ਇੰਨਾ ਅਜੀਬ ਲੱਗੇ ਡਾਲੇ ਦੇ ਵਿੱਚ ਬੈਠਾ ਹੋਇਆ ਕਿ ਨਾ ਉਹਦੀ ਕੋਈ ਡਰਾਈਵ, ਨਾ ਉਹਦਾ ਕੋਈ ਮਜ਼ਾ ਹੀ ਨਹੀਂ ਹੈਗਾ, ਬਿਲਕੁਲ ਕੋਈ ਮਜ਼ਾ ਨਹੀਂ। ਇਹ ਸਿਰਫ ਗਾਡਾ ਗੂਡਾ ਵਾਸਤੇ ਠੀਕ ਹੈ, ਰਫ ਚਲਾਉਣ ਵਾਸਤੇ ਡਾਲੇ ਜਿਹੜੇ ਲੋਕ ਫੈਮਿਲੀ ਵਾਸਤੇ ਇਸਤੇਮਾਲ ਕਰਦੇ ਫੈਮਿਲੀ ਵਾਸਤੇ ਪਰਾਡੋ ਲਵੋ, ਦਫ਼ਤਰਾਂ ਵਾਸਤੇ ਐਗਜ਼ੈਕਟਿਵ ਔਰ ਜੀਪ ਲਵੋ, ਅਗਰ ਜੀਪ ਦਾ ਸ਼ੌਕ ਹੈ ਤਾਂ ਪਰਾਡੋ ਲਵੋ, ਕੰਫਰਟ ਗੱਡੀ ਹੈ ਫਿਰ ਉਹਦਾ ਕੰਫਰਟ। ਅੱਛਾ ਡਾਲੇ ਤੋਂ ਅੱਜ ਕੱਲ੍ਹ ਇੱਕ ਡਾਲਾ ਬੜਾ ਮਸ਼ਹੂਰ ਹੈ ਜੈਕ ਦੇ ਨਾਮ ਤੋਂ ਜਿਹੜਾ ਆ ਰਿਹਾ, ਹਾਂਜੀ ਹਾਂਜੀ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਜੈਕ ਤਾਂ ਮੈਨੂੰ ਨਹੀਂ ਪਸੰਦ ਹੈ। ਅੱਛਾ ਹਾਂਜੀ ਮੈਂ ਵੈਸੇ ਬੁੱਕ ਕਰਾਇਆ, ਠੀਕ ਹੈ ਬੁੱਕ ਇਸ ਤੋਂ ਕਰਵਾਇਆ ਕਿ ਵੇਚਣ ਵਾਸਤੇ, ਕਿਉਂਕਿ ਇਸ ਟਾਈਮ ਉਹ ਸ਼ਾਰਟ ਹੈ ਗੱਡੀ, ਉਹਨਾਂ ਨੇ ਬੁਕਿੰਗ ਵੀ ਬੰਦ ਕਰ ਦਿੱਤੀ ਹੈ, ਔਰ ਉਹ ਗੱਡੀ ਵੇਚਣ ਦੇ ਲਿਹਾਜ਼ ਨਾਲ ਬਿਲਕੁਲ ਠੀਕ ਹੈ, ਕਿਉਂਕਿ ਉਹਨੇ ਬਿਜ਼ਨਸ ਬੜਾ ਕਰਨਾ ਹੈ। ਅੱਛਾ ਜਾਏਗੀ 105 ਤੱਕ, ਉਹ 100 ਤੋਂ ਸ਼ੁਰੂ ਹੋਈ 105 ਦੀ ਸਪੀਡ ਨਾਲ ਜਾਏਗੀ, ਜਿਸ ਤਰ੍ਹਾਂ ਐਲਸਵਿਨ ਗਈ ਸੀ, ਆ ਜਿਹੜੀ ਇਹ X7 ਇਹਨਾਂ ਦੀ ਗਈ ਸੀ ਨਾ ਉਸ਼ਾਨ, ਹਾਂ ਉਹ ਸਰ 70 ਲੱਖ ਤੋਂ ਸ਼ੁਰੂ ਹੋਈ ਸੀ ਤੇ 96 ਲੱਖ ਦੀਆਂ ਵੇਚੀਆਂ ਨੇ, ਤੇ ਲੋਕਾਂ ਨੂੰ ਰੋਕੀਦਾ ਸੀ, ਉਦੋਂ ਰੋਕਦੇ ਸਾਂ ਯਾਰ ਨਾ ਲਵੋ। ਇਹ ਗਲੋਰੀ ਜਿਹੜੀ ਵੀ ਗਾੜੀ ਹੈ ਬਿਲਕੁਲ, ਉਹ ਵੀ ਬੜਾ ਲੋਕਾਂ ਨੂੰ ਅਸੀਂ ਰੋਕਦੇ ਰਹੇ ਹਾਂ ਨਾ ਲਵੋ, ਲੇਕਿਨ ਲੋਕ ਨਹੀਂ ਰੁਕਦੇ। ਇਹ ਪ੍ਰੋਟੋਨ, ਇਹ ਚੈਰੀ, ਪਤਾ ਨਹੀਂ ਕਿੰਨੀਆਂ ਕੁ ਚਾਈਨਾ ਦੀਆਂ ਗੱਡੀਆਂ ਨੇ, ਲੋਕਾਂ ਨੂੰ ਬੜਾ ਮੈਂ ਰੋਕਿਆ, ਮੈਂ ਤੇ ਬਹੁਤ ਘੱਟ ਵੇਚੀਆਂ ਨੇ ਗੱਡੀ, ਵੇਚੀ ਕੋਈ ਅੱਜ ਤੱਕ। ਜੇ ਕੋਈ ਲੈਂਦਾ ਉਹਨੂੰ ਆਖੀਦਾ ਭਾਈ ਤੇਰੀ ਜ਼ਿੰਮੇਵਾਰੀ, ਅਸੀਂ ਕੱਲ ਨੂੰ ਵਾਪਸ ਕੋਈ ਨਹੀਂ ਲੈਣੀ, ਅਸੀਂ ਨਹੀਂ ਹੋਈ ਖਰੀਦਣੀ। ਔਰ ਅੱਜ ਉਹੀ ਹਾਲ ਹੋਇਆ ਨਾ, ਅੱਜ ਨਾ ਚੈਰੀ ਲੈ ਰਿਹਾ ਕੋਈ ਬੰਦਾ, ਨਾ ਗਲੋਰੀ ਲੈ ਰਿਹਾ ਕੋਈ ਬੰਦਾ, ਨਾ ਪ੍ਰੋਟੋਨ ਲੈ ਰਿਹਾ ਕੋਈ ਬੰਦਾ, ਨਾ X7 ਲੈ ਰਿਹਾ ਕੋਈ ਬੰਦਾ। ਹਰ ਬੰਦਾ ਕੀ ਹੈ ਜੀ, ਅੱਗੋਂ ਹੋਰ ਬੜੀਆਂ ਗੱਡੀਆਂ ਆ ਗਈਆਂ ਨੇ, ਹੈਵਲ ਵੱਲ ਹਰ ਬੰਦਾ ਜਾ ਰਿਹਾ। ਉਸ ਤੋਂ ਬਾਅਦ ਜਿਹੜੀ MG ਆਈ ਨਵੀਂ, ਉਹਦੀ 55 ਕਿਲੋਮੀਟਰ ਐਵਰੇਜ ਹੈ, 1 ਲੀਟਰ 1 ਲੀਟਰ ਵਾਲਾ ਕੰਮ ਹੀ ਖਤਮ ਹੋ ਗਿਆ ਦਾ, 55 ਕਿਲੋਮੀਟਰ ਐਵਰੇਜ MG ਇਲੈਕਟ੍ਰਿਕ ਦੀ। ਹਾਂਜੀ ਇਲੈਕਟ੍ਰਿਕ ਦੀ ਬਹੁਤ ਅੱਛੀ ਗੱਡੀ ਹੈ, ਮੈਂ ਕਹਿੰਦਾ ਅਗਰ ਕਰੋੜ ਦੇ ਵਿੱਚ ਤੁਸੀਂ ਲੈਣੀ ਲਵੋ। ਅੱਛਾ ਤੁਹਾਡਾ ਤੇ ਬੜਾ ਸਫ਼ਰ ਗੁਜ਼ਰਿਆ ਇਸ ਕੰਮ ਵਿੱਚ, ਮੇਰੇ ਇੱਕ ਅਜ਼ੀਜ਼ ਨੇ ਉਹ ਕਹਿੰਦੇ ਨੇ ਯਾਰ ਸੈਕਿੰਡ ਹੈਂਡ ਗੱਡੀ ਤੇ ਲੈਣੀ ਨਹੀਂ ਚਾਹੀਦੀ, ਤੁਸੀਂ ਕੀ ਬਿਹਤਰ ਸਮਝਦੇ ਹੋ, ਗੱਡੀ 0 ਮੀਟਰ ਲੈਣੀ ਚਾਹੀਦੀ ਹੈ ਜਾਂ ਸੈਕਿੰਡ ਹੈਂਡ? ਲੈਣੀ ਸੈਕਿੰਡ ਹੈਂਡ ਚਾਹੀਦੀ। ਅੱਛਾ ਕਿਉਂ? ਹਾਂਜੀ 0 ਮੀਟਰ ਵੇਚਣੀ ਕਿੱਥੇ, ਕੱਲ ਨੂੰ ਸੇਲ ਕਰਨੀ ਪਵੇ, ਤੇ ਹੁਣ ਤਾਂ ਸੇਲ ਹੀ ਨਹੀਂ ਹੁੰਦੀ ਗੱਡੀ ਸਰ। ਹੁਣ ਤੇ ਲੋਕ ਕੀ 50 ਲੱਖ ਤੋਂ ਉੱਤੇ ਗੱਡੀ ਨਹੀਂ ਜੇ ਸੇਲ ਹੁੰਦੀ, ਬੜੀ ਕੋਸ਼ਿਸ਼ ਕੀਤੀ ਦੀ ਹੈ, ਬੜੀਆਂ ਗੱਡੀਆਂ ਹੁੰਦੀਆਂ ਸਾਡੇ ਕੋਲ 50 ਲੱਖ ਤੋਂ ਉੱਤੇ ਗਾਹਕ ਹੀ ਨਹੀਂ ਆਉਂਦਾ, ਪਤਾ ਨਹੀਂ ਕਿੱਥੋਂ ਲੋਕੀ ਲੈ ਲੈਂਦੇ, ਰੋਡ ਤੇ ਜਾਈਏ ਬਥੇਰੀਆਂ ਨਜ਼ਰ ਆਉਂਦੀਆਂ, ਲੇਕਿਨ ਸਾਡੇ ਕੋਲ ਤਾਂ 40 ਲੱਖ ਵਾਲੀ ਗੱਡੀ ਇੰਝ ਵਿਕਦੀ ਹੈ ਜਿਵੇਂ ਸਵਾਬ ਦਾ ਕੰਮ ਹੈ। ਅੱਛਾ 2 ਮਿੰਟ ਲੱਗਦੇ ਨੇ 40 ਲੱਖ ਵਾਲੀ ਗੱਡੀ ਵਿੱਚ, ਤੇ 70-80 ਲੱਖ वाली गाड़ी के नेड़े को नहीं जाता बंदा। नहीं तो फ्रॉड वगैरह और 2 नंबरियां ये चीजें तो नहीं हो जाती सेकंड हैंड गाड़ी में? देखिए आपका तो तजर्बा है, आम बंदा जो है शरीफ आदमी बहुत तो इसी डर से नहीं लेते ना लोग। बहुत ज्यादा अदारे तो गड्डी लवो, किसी तो भी लवो, किसी शोरूम तो लवो, ਉਹਦੀ ਜ਼ਿੰਮੇਵਾਰੀ ਹੁੰਦੀ ਹੈ, अपना तरीकेकार ना लवो, हर चीज पूरी तसल्ली करके लवो। आपसे गाड़ी लेनी हो तो कैसे लें? डोगर मोटर से। डोगर मोटर तो लेनी होवे ते डोगर मोटर ते तरीकाकार सीधा सीधा
ਗੱਡੀ ਸੇਲ ਹੋਣ ਆਈ, ਤੁਸੀਂ ਖਰੀਦਦਾਰ ਆਇਆ ਗੱਡੀ ਲੈਣ ਵਾਸਤੇ, 5000 ਟੋਕਨ ਦਿਓ, ਬੋਲੀ ਦੇ ਵਿੱਚ ਬੋਲੀ ਹੋ ਰਹੀ ਹੋਏਗੀ, ਬੋਲੀ ਦੇ ਵਿੱਚ 5000 ਟੋਕਨ ਦਿਓ, 5000 ਦੇ ਕੇ ਗੱਡੀ ਦੀ ਇੰਸਪੈਕਸ਼ਨ ਕਰਵਾਓ। ਬੋਲੀ ਤੋਂ ਬਾਅਦ ਇੰਸਪੈਕਸ਼ਨ ਹੁੰਦੀ, ਕਈ ਲੋਕ ਪਹਿਲੇ ਇੰਸਪੈਕਸ਼ਨ ਕਰਵਾ ਲੈਂਦੇ ਨੇ, ਉਹ ਠੀਕ ਰਹਿ ਜਾਂਦੇ ਨੇ। ਜਿਹੜੇ ਲੋਕ ਨਹੀਂ ਪਹਿਲੇ ਕਰਾਉਂਦੇ, ਉਹ ਫਿਰ ਜਦੋਂ ਬੋਲੀ ਹੋਏਗੀ, ਬੋਲੀ ਤੋਂ ਬਾਅਦ ਫਿਰ ਇੰਸਪੈਕਸ਼ਨ ਹੋਏਗੀ, ਚੈਕਿੰਗ ਹੋਏਗੀ, ਕਿੰਨੇ ਪੀਸ ਟੱਚ ਨੇ। ਹਰ ਬੰਦਾ ਗੱਡੀ ਸੇਲ ਕਰਨ ਵਾਲਾ ਝੂਠ ਬੋਲਦਾ, अच्छा ਹਰ ਬੰਦਾ ਗਲਤ ਬਿਆਨੀ ਕਰਦਾ, ਕੋਈ ਬੰਦਾ ਸੱਚ ਬੋਲ ਕੇ ਗੱਡੀ ਨਹੀਂ ਵੇਚਦਾ। ਗੱਡੀ ਐਸੀ ਇੱਕ ਇੱਕ ਵਾਹਦ ਇੱਕ ਗੱਡੀ ਐਸੀ ਚੀਜ਼ ਹੈ, ਕੋਈ ਬੰਦਾ ਸੱਚ ਬੋਲ ਕੇ ਵੇਚਦਾ ਹੀ ਨਹੀਂ, ਹਰ ਬੰਦਾ ਝੂਠਾ। 100 ਚੋਂ 90% ਲੋਕ ਝੂਠ ਬੋਲਦੇ, ਪਤਾ ਸਾਰਾ ਹੁੰਦਾ ਕਿ ਮੇਰੀ लेकिन ਗੱਡੀ 'ਚ दसदे ਨੁਕਸ झूठ नहीं। ਦੱਸਦੇ ਕੁਝ ਨਹੀਂ। ਆਪ ਹੀ ਤੁਸੀਂ ਵੇਖਣਾ, ਆਪ ਤੁਸੀਂ ਚੈੱਕ ਕਰਨਾ ਕਿ ਇਹਦੀ ਕੀ 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 ਨਹੀਂ। वर्थ ਅਗਰ है। ਤੁਹਾਨੂੰ ਸਮਝੇ ਤਾਂ ਲੈ ਲਓ, ਨਹੀਂ ਤੇ ਕਿਸੇ ਦੇ ਲੜ ਲੱਗ ਜਾਓ, ਕਿਸੇ ਅੱਛੇ ਅਦਾਰੇ ਤੋਂ ਲਵੋ। ਸਾਡੇ ਕੋਲ ਆਓਗੇ, ਤੁਹਾਨੂੰ 5000 ਬਿਆਨਾ ਦਿਓ, ਦੇ ਕੇ ਫਿਰ ਗੱਡੀ ਦੀ ਇੰਸਪੈਕਸ਼ਨ ਕਰਵਾਓ, ਇੰਸਪੈਕਸ਼ਨ ਕਰਵਾ ਕੇ ਫਿਰ ਗੱਡੀ ਆ ਜਾਏਗੀ ਮੇਰੇ ਕੋਲ, ਮੈਂ ਉਹਦਾ ਰੇਟ ਚੈੱਕ ਕਰਾਂਗਾ, ਇੰਸਪੈਕਸ਼ਨ ਸ਼ੀਟ ਚੈੱਕ ਕਰਾਂਗਾ ਕਿ ਇਹ ਉਹਦੀ ਵੈਲਿਊ ਕੱਢਾਂਗਾ ਕਿ ਇਸ ਇੰਸਪੈਕਸ਼ਨ ਸ਼ੀਟ ਦੇ ਮੁਤਾਬਕ ਇਹ ਗੱਡੀ ਇੰਨੇ ਦੀ ਹੈ। ਫਿਰ ਉਹਨੂੰ ਕਹਾਂਗੇ ਕਿ ਥੋੜੇ ਜਿਹੇ ਪੈਸੇ ਡਾਊਨ ਕਰੋ, ਅਗਰ ਉਹ ਕਰ ਲੇਗਾ ਠੀਕ, ਨਹੀਂ ਤਾਂ ਡੀਲ ਕੈਂਸਲ ਹੋ ਜਾਏਗੀ। ਅਗਰ ਉਹ ਕਰ ਲੈਂਦਾ ਤੇ ਦੋਵਾਂ ਨੂੰ ਪੁੱਛਾਂਗੇ ਹਾਂਜੀ ਮੁਤਮਿਨ ਹੋ ਤੁਸੀਂ, ਜੀ ਮੁਤਮਿਨ ਆ, ਮੈਨੂੰ ਲੈ ਦਿਓ ਗੱਡੀ, ਥੋੜੇ ਜਿਹੇ ਪੈਸੇ ਕੱਟ ਕਰਵਾ ਦੇਵਾਂਗੇ ਫਿਰ, ਕਿਉਂਕਿ ਕੰਡੀਸ਼ਨ ਗਲਤ ਦੱਸੀ ਹੁੰਦੀ ਹੈ ਨਾ। ਪਹਿਲੇ 2 ਪੀਸ ਦੱਸਦੇ ਨੇ, ਜਦੋਂ ਅਸੀਂ ਇੰਸਪੈਕਸ਼ਨ ਕਰਵਾਉਂਦੇ ਹਾਂ, ਆਪਣੇ ਸਾਡੇ ਮੁੰਡੇ ਰੱਖੇ ਨੇ, ਅਸੀਂ 10 ਮੁੰਡੇ ਰੱਖੇ ਨੇ, ਉਦੋਂ 6 ਪੀਸ ਨਿਕਲ ਆਉਂਦੇ ਨੇ। ਔਰ ਫਿਰ ਇੰਸਪੈਕਸ਼ਨ ਹੋਏਗੀ, ਇੰਸਪੈਕਸ਼ਨ ਤੋਂ ਬਾਅਦ CIE ਵਾਲੇ ਆ ਜਾਣਗੇ, CIE ਹੋਏਗੀ ਗੱਡੀ ਦੀ, ਐਂਟੀ ਕਾਰ ਲਿਫਟਿੰਗ ਵਾਲੇ ਦੇਖਣਗੇ ਕੋਈ ਪਰਚਾ ਤਾਂ ਨਹੀਂ ਗੱਡੀ ਤੇ, ਟੈਂਪਰ ਤਾਂ ਨਹੀਂ, ਕੱਟ ਐਂਡ ਵੈਲਡ ਤਾਂ ਨਹੀਂ, ਔਰ ਕੋਈ ਹੋਰ ਤਾਂ ਨਹੀਂ ਮਸਲਾ ਹੈ, ਕੋਈ ਪੀਸ ਤਾਂ ਨਹੀਂ ਲੱਗਾ ਗੱਡੀ ਨੂੰ। ਉਸ ਤੋਂ ਬਾਅਦ ਫਿਰ ਪੀਸ ਹੁੰਦਾ ਚੇਸਿਸ ਨੰਬਰ ਦਾ, ਚੇਸਿਸ ਨੰਬਰ ਉਤਾਰ ਕੇ ਕਿਸੇ ਹੋਰ ਗੱਡੀ ਨੂੰ ਲਾ ਲੈਂਦੇ ਨੇ ਲੋਕ, ਚੋਰੀ ਦੀ ਗੱਡੀ ਲਾ ਲੈਂਦੇ ਨੇ। 2 ਲੱਖ ਦੀ ਚੋਰੀ ਦੀ ਗੱਡੀ ਲੈਂਦੇ ਨੇ, ਉਹਨੂੰ ਚੇਸਿਸ ਨੰਬਰ ਲਾ ਕੇ ਲਾ ਲਿਆ। ਕਿਸੇ ਦੀ ਗੱਡੀ ਸੜ ਗਈ ਹੈ, ਅਗਰ ਜਲ ਗਈ ਹੈ ਗੱਡੀ, ਤੇ ਉਹਦਾ ਚੇਸਿਸ ਨੰਬਰ ਉਤਾਰ ਕੇ ਉਥੋਂ ਗੱਡੀ ਲਈ ਚੋਰੀ ਦੀ 2 ਲੱਖ ਰੁਪਏ ਦੀ, 2.5 ਲੱਖ ਦੀ ਚੋਰਾਂ ਕੋਲ ਗੱਡੀ ਲੱਭ ਜਾਂਦੀ, ਉਹਨੂੰ ਚੇਸਿਸ ਨੰਬਰ ਫਿੱਟ ਕਰ ਲੈਂਦੇ ਨੇ, ਉਹਨਾਂ ਦੇ ਕਾਗਜ਼ਾਂ ਤੇ ਚਲਾਈ ਫਿਰਦੇ ਨੇ। ਉਹੋ ਜਿਹੀਆਂ ਗੱਡੀਆਂ ਅਸੀਂ ਸੇਲ ਨਹੀਂ ਕਰਦੇ, ਕਾਗਜ਼ਾਂ ਤੇ ਉਹਦੇ ਜੈਨੂਇਨ ਹੁੰਦੇ ਨੇ, ਉਹਦੇ ਨਾਮ ਤੇ ਗੱਡੀ ਹੁੰਦੀ ਹੈ। डॉक्टर साहब, ये जो एक रिपोर्ट पाक व्हील्स वाले देते हैं, हाँ जी, कुछ डीलर इनके भी खिलाफ हुए हैं पाक व्हील्स के, कैसी रिपोर्ट देते हैं ये? ठीक आप इतबार ठीक करते देते हैं हैं इनकी? रिपोर्ट। इनकी रिपोर्ट ठीक होती हाँ है? जी, हाँ जी, मेरे वे कदे तो ठीक होंगी। बड़े डीलर्स बाज इनके खिलाफ हुए, बाज के जी। बस वो इस तरह ही है जी, हर बंदा तो ਤੁਹਾਨੂੰ पता ਜਿਹੜੇ ਬੰਦੇ ਦਾ ਨਾਮ ਹੁੰਦਾ ਉਹਦੇ ਖਿਲਾਫ ਵੀ ਹੁੰਦੇ ਦੁਨੀਆ। हाँ, बहुत शुक्रिया जनाब, हाँ जी, आज आपके साथ बड़ी अच्छी गपशप हुई। ख़वातीन हज़रात, डोगर मोटर ननकाना से शहजाद डोगर साहब आज हमारे मेहमान थे, और मेरा ख्याल है कि जितनी दिल की बातें हो सकती थी इन्होंने हमारे साथ की, गाड़ियों की बातें भी हुई। डॉक्टर अब्दुल बासित पॉडकास्ट से मुझे इजाज़त दीजिए, आपके फीडबैक का इंतज़ार रहेगा। अल्लाह हाफिज़।